ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਵਰਨਬੀਰ ਸਿੰਘ ਆਪ ਸਾਰੇ ਜੀ ਦਾ 5K ਬ੍ਰਾਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅਸੀਂ ਸਭ ਤੋਂ ਪਹਿਲਾਂ ਮਾਫੀ ਮੰਗਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਹੈਲਥ ਕਰਕੇ ਜਾਂ ਕੁਝ ਹੋਰ ਰੁਝੇਵੇਂ ਕਰਕੇ ਅਸੀਂ ਤੁਹਾਡੇ ਨਾਲ ਲਗਾਤਾਰ ਰੂਬਰੂ ਨਹੀਂ ਸੀ ਹੋ ਪਾ ਰਹੇ, ਪਰ ਖਬਰਾਂ ਦੀ ਅਪਡੇਟ ਅਸੀਂ ਤੁਹਾਡੇ ਨਾਲ ਕਰਦੇ ਰਹੇ ਸੀਗੇ ਔਰ ਹਮੇਸ਼ਾ ਹੀ ਕਰਦੇ ਰਵਾਂਗੇ। ਖੈਰ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਇਲੈਕਸ਼ਨ ਹੈ ਉਹ ਇੱਕ ਵਾਰੀ ਫੇਰ ਅਨਾਉਂਸ ਹੋ ਗਿਆ ਵੇ, ਬਾਰ-ਬਾਰ ਪੋਸਟਪੋਨ ਹੋ ਰਿਹਾ ਵੇ, ਬਾਰ-ਬਾਰ ਅਨਾਉਂਸ ਹੋ ਰਿਹਾ ਵੇ, ਲੇਕਿਨ ਉਮੀਦ ਹੈ ਕਿ ਇਸ ਵਾਰੀ ਇਹ ਸਿਰੇ ਚੜ ਜਾਵੇਗਾ। ਦਿੱਲੀ ਦੇ ਵਿੱਚ ਇਲੈਕਸ਼ਨ ਦੇ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਉਹ ਮੇਨ ਮੁੱਦਿਆਂ ਤੋਂ ਪਿੱਛੇ ਹਟ ਕੇ ਉਹਨਾਂ ਮੁੱਦਿਆਂ ਤੇ ਜ਼ਿਆਦਾ ਸੰਗਤਾਂ ਨੂੰ ਭਰਮਾ ਰਹੀਆਂ ਨੇ ਜੋ ਐਕਚੁਅਲ ਦੇ ਵਿੱਚ ਮੁੱਦੇ ਹੈ ਨਹੀਂ, ਜੋ ਐਕਚੁਅਲ ਦੇ ਵਿੱਚ ਜਿਨ੍ਹਾਂ ਦਾ ਸਿੱਖੀ ਦੇ ਨਾਲ, ਗੁਰਮਤ ਦੇ ਨਾਲ ਜਾਂ ਸੇਵਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੋ ਉਹਨਾਂ ਦਾ ਗਰੀਡ ਹੈ, ਜੋ ਉਹਨਾਂ ਦਾ ਲਾਲਚ ਹੈ, ਇਸ ਤੋਂ ਸਾਹਮਣੇ ਆਉਂਦਾ ਹੈ ਕਿ ਲਾਲਚ ਸਿਰਫ ਇੰਨਾ ਹੈ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਇੱਕ ਗੱਦੀ ਮਿਲ ਜਾਵੇ, ਗੋਲਕ ਤੇ ਉਹ ਗੋਲਕ ਦੀ ਪ੍ਰਧਾਨਗੀ ਮਿਲ ਜਾਵੇ, ਸੇਵਾ ਦੀ ਪ੍ਰਧਾਨਗੀ ਲੈਣ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ। ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਪ੍ਰੀਤ ਸਿੰਘ ਜੀ, ਜਿਹੜੇ ਕਿ ਦਿੱਲੀ ਦੇ ਵਿੱਚ ਕਾਫੀ ਸੇਵਾ ਕਰਦੇ ਨੇ ਨਿਸ਼ਕਾਮ ਹੋ ਕੇ, ਸਪੈਸ਼ਲੀ ਬਾਲਾ ਸਾਹਿਬ ਹਸਪਤਾਲ ਦੇ ਉੱਤੇ ਇਹਨਾਂ ਦਾ ਕਾਫੀ ਵੱਡਾ ਰੋਲ ਹੈ। ਇਕਬਾਲ ਸਿੰਘ ਵੀਰ ਜੀ ਸਾਡੇ ਨਾਲ ਮੌਜੂਦ ਨੇ। ਇਕਬਾਲ ਸਿੰਘ ਵੀਰ ਜੀ ਵੀ ਦਿੱਲੀ ਦੇ ਵਿੱਚ ਨਿਸ਼ਕਾਮ ਹੋ ਕੇ ਔਰ ਤਨ ਮਨ ਧਨ ਨਾਲ ਸੇਵਾ ਕਰਦੇ ਨੇ। ਨਾਲ ਹੀ ਸਾਡੇ ਨਾਲ ਮੌਜੂਦ ਨੇ, ਹੁਣੇ ਜੁਆਇਨ ਕੀਤਾ ਉਹਨਾਂ ਨੇ, ਬਲਜੀਤ ਸਿੰਘ ਵੀਰ ਜੀ ਨੇ। ਬਲਜੀਤ ਸਿੰਘ ਵੀਰ ਜੀ ਵੀ ਸੰਗਤਾਂ ਦੇ ਨਾਲ ਅਕਸਰ ਰੂਬਰੂ ਹੁੰਦੇ ਰਹਿੰਦੇ ਨੇ, ਫੇਸਬੁੱਕ ਤੇ ਵੀ, ਸੋਸ਼ਲ ਮੀਡੀਆ ਤੇ ਵੀ, ਔਰ ਡਾਇਰੈਕਟਲੀ ਵੀ ਉਹਨਾਂ ਦਾ ਜਿਹੜਾ ਕਾਫੀ ਵੱਡਾ ਰੋਲ ਹੈ ਦਿੱਲੀ ਦੇ ਵਿੱਚ ਔਰ ਦਿੱਲੀ ਤੋਂ ਬਾਹਰ ਵੀ ਜਿੱਥੇ ਵੀ ਲੋੜ ਹੁੰਦੀ ਹੈ ਇਹ ਵੀਰ ਉੱਥੇ ਪਹੁੰਚ ਕੇ ਆਪਣੀ ਸੇਵਾ ਕਰਦੇ ਨੇ। ਖੈਰ, ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਿੱਧਾ ਮੁੱਦੇ ਤੇ ਆਈਏ ਔਰ ਅਸੀਂ ਗੱਲ ਸ਼ੁਰੂ ਕਰਾਂਗੇ ਸਰਦਾਰ ਬਲਜੀਤ ਸਿੰਘ ਵੀਰ ਜੀ ਤੋਂ। ਬਲਜੀਤ ਸਿੰਘ ਵੀਰ ਜੀ, ਜਿਹੜਾ ਦਿੱਲੀ ਦਾ ਇਲੈਕਸ਼ਨ ਹੈ ਇੱਕ ਵਾਰੀ ਫੇਰ ਮੁੱਦਾ ਗਰਮਾ ਰਿਹਾ ਵੇ, ਲੇਕਿਨ ਜਿਹੜੇ ਮੁੱਦੇ ਸਾਹਮਣੇ ਆਣੇ ਚਾਹੀਦੇ ਸਨ ਉਹਨਾਂ ਮੁੱਦਿਆਂ ਨੂੰ ਛੁਪਾ ਕੇ ਬਾਕੀ ਮੁੱਦੇ ਤੇ ਗੱਲ ਕੀਤੀ ਜਾਂਦੀ ਹੈ ਤੇ ਸੰਗਤਾਂ ਨੂੰ ਹਮੇਸ਼ਾ ਭਰਮਾਇਆ ਜਾਂਦਾ ਵੇ। ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਨੇ ਜਿਹੜੇ ਇਲੈਕਸ਼ਨ ਦੇ ਹੋਣੇ ਚਾਹੀਦੇ ਨੇ ਤੇ ਕਿਉਂ ਇਹਨਾਂ ਮੁੱਦਿਆਂ ਤੋਂ ਸਾਨੂੰ ਭਰਮਾ ਦਿੱਤਾ ਜਾਂਦਾ ਹੈ? ਜੀ ਵੀਰ ਜੀ। ਵੀਰ ਜੀ ਦੇਖੋ, ਜਿਵੇਂ ਕਿ ਸੰਸਥਾ ਦਾ ਨਾਮ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਸ ਨਾਮ ਤੋਂ ਇਹ ਜਗ ਜ਼ਾਹਿਰ ਹੁੰਦਾ ਹੈ ਕਿ ਇਹਦੇ ਅੰਦਰ ਜੋ ਹੋਣਾ ਚਾਹੀਦਾ, ਮੇਨ ਮੁੱਦਾ ਹੋਣਾ ਚਾਹੀਦਾ, ਉਹ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਗੁਰਦੁਆਰਿਆਂ ਦੇ ਨਾਲ ਜੁੜੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਨੇ ਅਦਾਰੇ, ਚਾਹੇ ਉਹ ਸਕੂਲ ਹਨ, ਕਾਲਜ ਹਨ, ਪੋਲੀਟੈਕਨਿਕ ਹਨ ਜਾਂ ਹੋਰ ਜਿਹੜੇ ਅਦਾਰੇ ਜੁੜੇ ਹੋਣ, ਕੋਈ ਵਿਰਧ ਆਸ਼ਰਮ ਹੈ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਸੰਸਥਾਵਾਂ ਨੇ, ਉਹਨਾਂ ਦਾ ਪ੍ਰਬੰਧ ਵਿੱਚ ਚੰਗੇ ਤੋਂ ਚੰਗਾ ਸੁਧਾਰ ਆਏ। ਮੇਨ ਮੋਟਿਵ ਤੇ ਇਹ ਹੋਣਾ ਚਾਹੀਦਾ ਹੈ। ਪਰ ਅਫਸੋਸ ਹੈ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਇੱਕ ਰਾਜਨੀਤਿਕ ਸੀੜੀ ਵਜੋਂ ਵਰਤਿਆ ਜਾਂਦਾ ਹੈ, ਜਿਵੇਂ ਕਿ ਅਸੀਂ ਆਮ ਡਿਸਕਸ਼ਨ ਸੀ ਚੈੱਕ ਕਰਦੇ ਰਹਿੰਦੇ ਹਾਂ ਗੱਲ ਜੀ। ਬਾਕੀ ਇਮੋਸ਼ਨਸ ਦੇ ਨਾਲ ਖੇਡ ਕੇ ਸੰਗਤਾਂ ਦੇ ਜਿਹੜੇ ਅੱਜ ਕੱਲ ਚਾਲ ਚੱਲੀ ਜਾਂਦੀ ਹੈ, ਜਿਹੜੀ ਰਾਜਨੀਤੀ ਖੇਡੀ ਜਾਂਦੀ ਹੈ, ਜਦਕਿ ਹੋਣਾ ਨਹੀਂ ਚਾਹੀਦਾ ਸੀ ਇਹ। ਪਰ ਅੱਜ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦਿੱਲੀ ਦੀ ਜਿਹੜੀ ਸਿੱਖ ਗੁਰਦੁਆਰਿਆਂ ਦੀ ਰਾਜਨੀਤੀ ਹੈ, ਰਾਜਨੀਤੀ ਨਹੀਂ, ਉਹਨੂੰ ਪ੍ਰਬੰਧ ਹੋਣਾ ਚਾਹੀਦਾ ਸੀ, ਪਰ ਉਹ ਅੱਜ ਰਾਜਨੀਤੀ ਬਣ ਗਈ ਜੀ ਜੀ। ਇਹ ਨਹੀਂ ਹੋਣਾ ਚਾਹੀਦਾ ਸੀ। ਸੰਗਤਾਂ ਦਾ ਜਿਹੜਾ ਸੋਸ਼ਲ ਵੈਲਫੇਅਰ ਹੈ, ਕੌਮ ਦੀ ਵੈਲਫੇਅਰ ਸਕੀਮ ਜਾਂ ਅਦਾਰਿਆਂ ਨੂੰ ਅੱਗੇ ਵਧਾਉਣਾ, ਉਹਨਾਂ ਦਾ ਪ੍ਰਬੰਧ ਸੁਚਾਰੂ ਕਰਨਾ, ਇਹ ਮੇਨ ਮੁੱਦਾ ਹੋਣਾ ਚਾਹੀਦਾ ਸੀ, ਜੋ ਕਿ ਅੱਜ ਕੱਲ ਬਿਲਕੁਲ ਨਜ਼ਰ ਆਉਂਦਾ ਹੈ। ਬਿਲਕੁਲ, ਤੁਸੀਂ ਗੱਲ ਬੜੀ ਵਧੀਆ ਆਖੀ ਹੈ ਕਿ ਜਿਹੜੀ ਸੇਵਾ ਨੀਤੀ ਹੋਣੀ ਚਾਹੀਦੀ ਸੀ ਉਹ ਸੇਵਾ ਨੀਤੀ ਨਾ ਹੋ ਕੇ ਰਾਜਨੀਤੀ ਹੋ ਗਈ। ਅਸੀਂ ਰਾਜ ਕਿਸ ਤਰ੍ਹਾਂ ਕਰੀਏ ਤੇ ਗੋਲਕ ਤੇ ਕਿਸ ਤਰ੍ਹਾਂ ਅਸੀਂ ਪ੍ਰਧਾਨਗੀ ਕਰੀਏ। ਵੀਰ ਜੀ, ਮੈਂ ਹੁਣ ਚੱਲਣਾ ਵਾ ਸੁਪ੍ਰੀਤ ਵੀਰ ਜੀ ਵੱਲ। ਸੁਪ੍ਰੀਤ ਵੀਰ, ਮੇਰਾ ਸਵਾਲ ਵੀ ਜੀ ਤੁਹਾਡੇ ਤੋਂ ਹੋਵੇ ਕਿ ਜਿਹੜਾ ਬਾਲਾ ਸਾਹਿਬ ਹਸਪੀਟਲ ਦਾ ਜਿਹੜਾ ਮੁੱਦਾ ਸੀਗਾ, ਉਸ ਮੁੱਦੇ ਨੂੰ ਇੰਨਾ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੇ ਔਰ ਉਹ ਸਾਰਾ ਦਾ ਸਾਰਾ ਜਿਹੜੀ ਰੂਪਰੇਖਾ ਸੀ ਹਸਪੀਟਲ ਦੀ ਉਹ ਬਿਲਕੁਲ ਚੇਂਜ ਕਰਕੇ ਇੱਕ ਪੋਲੀਟੀਕਲ ਸਟੰਟ ਬਣ ਗਿਆ ਵੇ। ਤੇ ਤੁਸੀਂ ਉਸ ਦੇ ਉੱਤੇ ਕਾਫੀ ਚਿਰ ਤੋਂ ਕੰਮ ਕਰ ਰਹੇ ਹੋ। ਪਿੱਛੇ ਮੈਂ ਕਿਹਾ ਕੱਲ ਵੀ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇੱਕ ਵੀਡੀਓ ਕੀਤੀ ਹੈ, ਗੱਲ ਉਹ ਕਰ ਰਹੇ ਨੇ ਬਾਲਾ ਸਾਹਿਬ ਦੀ, ਗੱਲ ਦਿੱਲੀ ਤੋਂ ਕਿਧਰੇ ਬਾਹਰ ਜਾ ਕੇ ਕਰ ਰਹੇ ਨੇ, ਫਿਰ ਗੱਲ ਉਹ ਨਾਲ ਦੇ ਨਾਲ ਜੰਮੂ ਕਸ਼ਮੀਰ ਤੇ ਲੈ ਕੇ ਜਾ ਰਹੇ ਨੇ। ਇਹ ਸਾਰਾ ਮੁੱਦਾ ਕੀ ਹੈ ਵੀਰ ਜੀ? ਕਿਉਂ ਬਾਲਾ ਸਾਹਿਬ ਹਸਪਤਾਲ ਨੂੰ ਇੱਕ ਪੋਲੀਟੀਕਲ ਸਟੰਟ ਬਣਾ ਕੇ ਰੱਖਤਾ ਗਿਆ ਹੈ? ਸਰ ਦੇਖੋ, ਜਿਹੜਾ ਬਾਲਾ ਸਾਹਿਬ ਹਸਪੀਟਲ ਹੈ ਜੀ, ਉਹ ਦਿੱਲੀ ਦੇ ਜਿਹੜੇ ਸਿੱਖ ਪੇਰੈਂਟਸ ਨੇ, ਦਿੱਲੀ ਦੇ ਜਿਹੜੇ ਸਿੱਖ ਬੱਚੇ ਨੇ, ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ। ਜਿੱਥੇ ਦਿੱਲੀ ਦੀ ਸੰਗਤ ਚਾਹੁੰਦੀ ਹੈ ਕਿ ਸਾਨੂੰ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ 550 ਬੈਡਸ ਵਾਲਾ ਮਿਲੇ, ਜਿਹੜਾ ਕਿ ਬਾਬਾ ਕਾਰਸੇ ਵਾਲੇ ਬਾਬਾ ਜੀ ਦਾ ਸੁਪਨਾ ਸੀ, ਦਿੱਲੀ ਦੀ ਸੰਗਤ ਦਾ ਸੁਪਨਾ ਸੀ, ਉੱਥੇ ਹੀ ਦਿੱਲੀ ਦੇ ਸਿੱਖ ਬੱਚਿਆਂ ਦਾ ਵੀ ਇਹ ਸੁਪਨਾ ਹੈ ਕਿ ਸਾਡੇ ਲਈ ਇੱਥੇ ਇੱਕ MBBS ਕਾਲਜ ਹੋਣਾ ਚਾਹੀਦਾ ਹੈ, ਜਿਹਦੇ ਵਿੱਚ 50% ਸੀਟ ਸਿੱਖ ਬੱਚਿਆਂ ਵਾਸਤੇ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ। ਬਹੁਤ ਅੱਛਾ ਪ੍ਰੋਜੈਕਟ ਸੀ ਹੈ, ਪਰ ਇਸ ਪ੍ਰੋਜੈਕਟ ਦੇ ਉੱਤੇ ਜਿਹੜਾ ਪੋਲੀਟੀਕਲ ਬਲੰਡਰ ਕੀਤਾ ਹੈ ਉਹ ਕੀਤਾ ਹੈ ਅਕਾਲੀ ਦਲ ਬਾਦਲ ਨੇ ਕੁਲਦੀਪ ਸਿੰਘ ਭੋਗਲ ਦੇ ਟਾਈਮ ਦੇ ਉੱਤੇ। ਇਹਨੂੰ ਰੋਕਣ ਦੇ ਲਈ ਬੜੀ ਸਾਜ਼ਿਸ਼ਾਂ ਕੀਤੀਆਂ ਗਈਆਂ ਕੁਝ ਟਾਈਮ ਪਹਿਲੇ, ਕਿਉਂਕਿ ਜਿਸ ਤਰ੍ਹਾਂ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਦਿੱਲੀ ਗੁਰਦੁਆਰਾ ਕਮੇਟੀ ਗੁਰਦੁਆਰਾ ਨਿਜ਼ਾਮ ਨੂੰ ਸਾਂਭਣ ਵਾਲੀ ਸੰਸਥਾ ਹੈਗੀ ਹੈ, ਉਹਨਾਂ ਦੇ ਕੋਲ ਆਪਣੇ ਸਕੂਲ ਤੇ ਕਾਲਜਸ ਨਹੀਂ ਸਾਂਭੇ ਜਾ ਰਹੇ, ਗੁਰਦੁਆਰੇ ਦੀ
ਅੰਦਰ ਬੜਾ ਨਿਗਾਰ ਆਉਂਦਾ ਜਾ ਰਿਹਾ ਹੈ ਤੇ ਇੱਕ ਹਸਪੀਟਲ ਦੇ ਪ੍ਰੋਜੈਕਟ ਨੂੰ ਕਿਵੇਂ ਸੰਭਾਲ ਸਕਦੀ ਹੈ। ਇਹਦੇ ਲਈ ਕੁਝ ਟਾਈਮ ਪਹਿਲੇ ਇੱਕ ਅਪਰੋਚ ਕੀਤੀ ਗਈ ਸੀ ਕਿ ਇਹ ਜਿਹੜਾ ਹਸਪੀਟਲ ਦਾ ਪ੍ਰੋਜੈਕਟ ਹੈ ਤੁਸੀਂ ਮੈਡੀਕਲ ਪ੍ਰੋਫੈਸ਼ਨਲਸ ਦੇ ਹੱਥ ਵਿੱਚ ਦਿਵੋ, ਜਿਹਦੇ ਲਈ ਇੱਕ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਦਾ ਕੰਸੈਪਟ ਲਿਆਇਆ ਗਿਆ ਸੀ। ਜਿਹੜੇ ਮੈਡੀਕਲ ਪ੍ਰੋਫੈਸ਼ਨਲ ਦੇ ਕੋਲੈਬੋਰੇਸ਼ਨ ਦੇ ਥਰੂ ਇਹਨੂੰ ਰਨ ਕਰਨਗੇ ਤੇ ਇੱਕ ਫਾਈਨੈਂਸ਼ੀਅਲ ਬਾਡੀ ਹੋਏਗੀ ਜਿਹੜਾ ਕਿ ਇਹਦੀ ਫੰਡਿੰਗ ਕਰੇਗੀ, ਕਿਉਂਕਿ ਜਿਹੜੀ ਫੰਡਿੰਗ ਦੇ ਲਈ ਵੀ ਮੋਟਾ ਮੈਂ ਤੁਹਾਨੂੰ ਦੱਸ ਰਿਹਾ 800 ਕਰੋੜ ਦੇ ਆਸ-ਪਾਸ ਦਾ ਖਰਚਾ ਹੈਗਾ। 800 ਕਰੋੜ ਦਾ 800 ਕਰੋੜ ਦਾ ਖਰਚਾ ਮੇਰੇ ਵਰਡਿੰਗਸ ਨਹੀਂ ਹੈਗੇ, ਐਂਡ ਮੈਡੀਕਲ ਪ੍ਰੋਫੈਸ਼ਨਲਸ ਦੇ ਹੀ ਵਰਡਿੰਗ ਹੈਗੇ ਨੇ, ਇੱਕ ਐਸਟੀਮੇਟ ਉਹਨਾਂ ਨੂੰ ਦਿੱਤਾ ਗਿਆ ਸੀ। ਹੁਣ ਇਹਦੇ ਵਿੱਚ ਕੀ ਹੋਇਆ ਕਿ ਜਦ 2013 ਦੇ ਅੰਦਰ ਜਿਹੜੀ ਬਾਦਲ ਪਾਰਟੀ ਸੀ ਉਹ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰਕੇ ਤੇ ਜਿਹੜੀ ਫਾਰਮਰ ਮੈਨੇਜਮੈਂਟ ਕਮੇਟੀ ਹੈਗੀ ਹੈ ਉਹਨੂੰ ਬਦਨਾਮ ਕਰਕੇ ਜਦ ਸੇਵਾ ਦੇ ਵਿੱਚ ਆਂਦੀ ਹੈ ਤੇ ਪਿਛਲੇ 8 ਸਾਲ ਤੋਂ ਹੁਣ ਅਸੀਂ ਦੇਖੀਏ ਕਿ ਉਹ ਜਿਹੜਾ ਖੰਡਰ ਦੀ ਵਾਲੀ ਬਿਲਡਿੰਗ ਹੈਗੀ ਹੈ ਜਿਉਂ ਦੀ ਤਿਉਂ ਬਣੀ ਹੋਈ ਹੈ, ਉਹਦੇ ਉੱਤੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ। ਕੁਝ ਟਾਈਮ ਪਹਿਲੇ ਇੱਕ ਡਾਇਲਿਸਿਸ ਸੈਂਟਰ ਦਾ ਸ਼ਗੂਫਾ ਛੱਡਿਆ ਗਿਆ ਸੀ ਕਿ ਦਿੱਲੀ ਕਮੇਟੀ 100 ਬੈਡਸ ਵਾਲਾ ਡਾਇਲਿਸਿਸ ਸੈਂਟਰ ਸ਼ੁਰੂ ਕਰਨ ਜਾ ਰਹੀ ਹੈ, ਜਿਹਨੂੰ ਕਿ ਕਿਡਨੀ ਡਾਇਲਿਸਿਸ ਸੈਂਟਰ ਦਾ ਨਾਂ ਦਿੱਤਾ ਗਿਆ। ਉਹ ਆਪਣੇ ਆਪ ਦੇ ਅੰਦਰ ਹੀ ਬਹੁਤ ਮਿਸਲੀਡਿੰਗ ਚੀਜ਼ ਹੈਗੀ ਆ। ਡਾਇਲਿਸਿਸ ਸੈਂਟਰ ਇੱਕ ਡਾਇਲਿਸਿਸ ਸੈਂਟਰ ਹੁੰਦਾ ਹੈਗਾ, ਉਹ ਹਸਪੀਟਲ ਨਹੀਂ ਹੁੰਦਾ। ਪਹਿਲੀ ਗੱਲ, ਫਰੰਟ ਫੇਸ ਤੇ ਜਿਹੜੀ 150-200 ਕਰੋੜ ਦੀ ਜਗ੍ਹਾ ਹੈਗੀ ਹੈ ਜਿੱਥੇ ਇੱਕ ਟਰਾਮਾ ਸੈਂਟਰ ਬਣਨਾ ਚਾਹੀਦਾ ਸੀ, ਇੱਕ ਐਮਰਜੈਂਸੀ ਸੈਂਟਰ ਬਣਨਾ ਚਾਹੀਦਾ ਸੀ, ਉਹ ਪ੍ਰਾਈਮ ਫੇਸਿੰਗ ਲੋਕੇਸ਼ਨ ਦੇ ਉੱਤੇ ਸ਼ਗੂਫਾ ਛੱਡ ਕੇ ਇੱਕ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਗਿਆ। ਉਹ ਵੀ ਦਿੱਲੀ ਕਮੇਟੀ ਨੇ ਆਪਣੇ ਫੰਡਸ ਦੇ ਨਾਲ ਸ਼ੁਰੂ ਕੀਤਾ, ਉਹ ਇੱਕ ਪ੍ਰਾਈਵੇਟ ਐਨਜੀਓ ਨੂੰ ਦਿੱਤਾ ਗਿਆ ਹੈਗਾ। ਕੇਰਲਾ ਦੀ ਪ੍ਰਾਈਵੇਟ ਐਨਜੀਓ ਹੈਗੀ ਹੈ ਰਿਪਰੋ ਰੋਨਲ ਕੈਰੋ, ਠੀਕ ਹੈ ਜੀ। ਹੁਣ ਉਹਦੀ ਸਿਚੁਏਸ਼ਨ ਹੈ ਕਿ ਜਿਹੜਾ 100 ਬੈਡਸ ਵਾਲਾ ਡਾਇਲਿਸਿਸ ਸੈਂਟਰ ਦੀ ਗੱਲ ਕੀਤੀ ਗਈ ਸੀ ਕਿ ਇੱਥੇ ਫ੍ਰੀ ਅੰਦਰ ਹੋਏਗਾ, ਪਹਿਲੀ ਗੱਲ ਹੈਗੀ ਉਹ 100 ਬੈਡਸ ਨਹੀਂ ਹੈਗੇ, ਉੱਥੇ ਸਿਰਫ ਲੈ ਦੇ ਕੇ 18 ਪੁਰਾਣੀਆਂ ਮਸ਼ੀਨਾਂ ਨੇ। ਉਹ ਪੁਰਾਣੀਆਂ ਮਸ਼ੀਨਾਂ ਵੀ ਪਤਾ ਨਹੀਂ ਕਿੰਨੇ ਹਜ਼ਾਰ ਘੰਟੇ ਚੱਲ ਚੁੱਕੀਆਂ ਨੇ ਕਿ ਉਹਨਾਂ ਦੀ ਜਿਹੜੀ ਲਾਈਫ ਸਾਈਕਲ ਹੈਗੀ ਉਹ ਆਬਸੋਲੀਟ ਮਸ਼ੀਨਸ ਹੋ ਗਈਆਂ ਨੇ, ਠੀਕ ਹੈ ਜੀ। ਉਸ ਡਾਇਲਿਸਿਸ ਸੈਂਟਰ ਦੇ ਨਾਂ ਦੇ ਉੱਤੇ ਜੇ ਉੱਥੇ ਕੋਈ ਬੰਦਾ ਡਾਇਲਿਸਿਸ ਕਰਾਉਣ ਜਾਂਦਾ ਹੈ ਤੇ ਉਹਨੂੰ ਘੱਟ ਤੋਂ ਘੱਟ 3 4 ਮਹੀਨੇ ਦੀ ਦੂਰ ਦੀ ਡੇਟ ਪੈਂਦੀ ਹੈਗੀ ਹੈ, ਕਿਉਂਕਿ ਮਸ਼ੀਨਾਂ ਹੀ 18 ਨੇ। ਹੁਣ ਉਸ ਤੋਂ ਬਾਅਦ ਸੈਕਿੰਡ ਵੇਵ ਦੇ ਅੰਦਰ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸੈਕਿੰਡ ਵੇਵ ਨੇ, ਕੋਵਿਡ ਦੇ ਸੈਕਿੰਡ ਵੇਵ ਨੇ ਦਿੱਲੀ ਦੇ ਅੰਦਰ ਤਬਾਹੀ ਮਚਾਈ ਤੇ ਬਹੁਤ ਸਾਰੇ ਐਸੇ ਸਾਡੇ ਸਿੱਖ ਪਰਿਵਾਰ ਨੇ, ਸਾਡੇ ਸਿੱਖ ਨੀਅਰਸ ਐਂਡ ਡੀਅਰਸ ਹੈਗੇ ਨੇ, ਸਾਡੇ ਅੱਖਾਂ ਦੇ ਸਾਹਮਣੇ ਚਲੇ ਗਏ। ਲੋਕਾਂ ਦੇ ਕੋਲ ਲੱਖਾਂ ਰੁਪਇਆ, ਕਰੋੜਾਂ ਰੁਪਇਆ ਸੀ, ਪਰ ਫਿਰ ਵੀ ਉਹਨਾਂ ਦਾ ਟ੍ਰੀਟਮੈਂਟ ਨਹੀਂ ਹੋ ਸਕਿਆ। ਇਸ ਵੇਲੇ ਵੀ ਦਿੱਲੀ ਦੇ ਸਿੱਖਾਂ ਨੇ ਬੜਾ ਅਪਰੋਚ ਕੀਤਾ ਦਿੱਲੀ ਗੁਰਦੁਆਰਾ ਦੇ ਪ੍ਰਬੰਧਨ ਨੂੰ ਕਹਿ ਕੇ ਕਿ ਵੀ ਤੁਸੀਂ ਹਸਪੀਟਲ ਸ਼ੁਰੂ ਕਰੋ, ਹੁਣ ਤੇ ਇਹ ਪ੍ਰੋਜੈਕਟ ਸ਼ੁਰੂ ਕਰੋ। ਉਹਦੇ ਵਿੱਚ ਫਿਰ ਇੱਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਨੇ ਸ਼ਗੂਫਾ ਛੱਡਤਾ ਜਾਂਦਾ ਹੈ ਜੀ ਕਿ ਅਸੀਂ 125 ਬੈੱਡ ਦਾ ਹਸਪੀਟਲ ਸ਼ੁਰੂ ਕਰਨ ਜਾ ਰਹੇ ਹਾਂ ਤੇ 60 ਦਿਨਾਂ ਦੇ ਅੰਦਰ ਸ਼ੁਰੂ ਕਰਾਂਗੇ। ਗੱਲ ਬੜੀ ਹਾਸੋਹੀਣੀ ਲੱਗਦੀ ਹੈ ਕਿ ਜਿਹੜਾ ਮਲਟੀ ਸਪੈਸ਼ਲਿਟੀ ਜਾਂ ਪ੍ਰੋਜੈਕਟ ਹੈਗਾ, ਜਿਹੜਾ 550 ਬੈੱਡ ਦੀ ਜਿਹੜੀ ਬਿਲਡਿੰਗ ਬਣਨੀ ਸੀ ਕਿ ਉਹ ਤੁਸੀਂ 60 ਦਿਨਾਂ ਦੇ ਅੰਦਰ ਕਿਵੇਂ ਸ਼ੁਰੂ ਕਰ ਸਕਦੇ ਹੈਗੇ ਹੋ, ਜਦਕਿ 2.5 ਸਾਲ ਪਹਿਲੇ ਦਾਸ ਨੇ ਮੈਡੀਕਲ ਕਾਨਫਰੰਸ ਅਟੈਂਡ ਕੀਤੀ ਸੀ। ਉੱਥੇ ਡਾਕਟਰ ਮੈਨੀ ਆਏ ਸੀ, ਡਾਕਟਰ ਤੇਹਾਨ ਆਏ ਸੀ, ਡਾਕਟਰ ਗਰੇਵਾਲ ਹੈਗੇ ਸੀ ਤੇ ਹੋਰ ਦਿੱਲੀ ਦੇ ਪਤਵੰਤੇ ਡਾਕਟਰ ਸੀ, 50-60 ਡਾਕਟਰ ਸੀ, ਪੂਰਾ ਗਰੁੱਪ ਆਇਆ ਸੀ। ਉਹਨਾਂ ਨੇ ਕਿਹਾ ਸੀ ਜੀ ਇਹ ਹਸਪੀਟਲ ਨੂੰ ਚਲਾਉਣ ਦੇ ਲਈ ਪਹਿਲੇ ਤੇ ਗੱਲ ਹੈ ਬਣਨ ਦੀ ਗੱਲ, ਬਣਨ ਵਿੱਚ 3-4 ਸਾਲ ਦਾ ਤੁਹਾਨੂੰ ਟਾਈਮ ਲੱਗ ਜਾਏਗਾ, ਠੀਕ ਹੈ ਜੀ। ਤੇ ਮੈਂ ਗੱਲ ਸੋਚ ਕੇ ਬੜਾ ਹੈਰਾਨ ਆ, ਇੱਕ ਮੈਂ ਇੰਡੀਵਿਜੂਅਲ ਲੈਵਲ ਤੇ ਸੋਚ ਰਿਹਾ ਸੰਗਤ ਦੇ ਤੌਰ ਤੇ, ਜਿਹੜਾ ਡਾਕਟਰ ਦੀ ਟੀਮ ਕਹਿ ਰਹੀ ਹੈ ਕਿ ਇਸ ਹਸਪੀਟਲ ਨੂੰ ਸ਼ੁਰੂ ਕਰਨ ਦੇ ਲਈ, ਤਿਆਰ ਕਰਨ ਲਈ 3-3.5 ਸਾਲ ਦਾ ਗੈਪ ਟਾਈਮ ਪੀਰੀਅਡ ਉਹਨੂੰ ਚਾਹੀਦਾ ਹੈ। ਗੱਲ ਬਹੁਤ ਜ਼ਿਆਦਾ ਲੰਬੀ ਹੋ ਰਹੀ, ਥੋੜੀ ਜਿਹੀ ਮੁਖਤਸਰ ਕਰ ਲਓ ਜੀ। ਤੇ ਮਤਲਬ ਉਹ ਜਿਹੜੀ ਚੀਜ਼ ਡਾਕਟਰਸ ਕਹਿ ਰਹੇ ਨੇ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ 3.5-4 ਸਾਲ ਦੇ ਅੰਦਰ ਹੋਏਗਾ, ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਕਿਵੇਂ 60 ਦਿਨਾਂ ਦੇ ਅੰਦਰ ਸ਼ੁਰੂ ਕਰ ਦੇਣਗੇ ਜੀ। ਆਲ ਟੁਗੇਦਰ ਉਹ ਹਸਪੀਟਲ ਨਹੀਂ ਹੈਗਾ, 125 ਬੈੱਡ ਦਾ ਕੋਵਿਡ ਸੈਂਟਰ ਹੈਗਾ। देयर इज अ डिफरेंस बिटवीन ਕੋਵਿਡ ਸੈਂਟਰ ਐਂਡ ਹਸਪੀਟਲ। ਹਸਪੀਟਲ ਦੇ ਅੰਦਰ ਐਮਰਜੈਂਸੀ ਵਾਰਡ ਹੁੰਦਾ ਹੈਗਾ ਤੇ ਉਸ ਅੰਦਰ ਓਪੀਡੀਸ ਹੁੰਦੇ ਨੇ, ਆਪਰੇਸ਼ਨ ਥੀਏਟਰਸ ਹੁੰਦੇ ਨੇ, ਉਸ ਅੰਦਰ ਰੇਡੀਓਲੋਜੀ ਦੇ ਡਿਪਾਰਟਮੈਂਟਸ ਹੁੰਦੇ ਨੇ, ਉਹ ਜਿਹੜਾ ਕਿ ਕੋਵਿਡ ਸੈਂਟਰ ਨਹੀਂ ਪ੍ਰੋਵਾਈਡ ਕਰ ਸਕਦਾ। ਤੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ 125 ਬੈੱਡ ਦਾ ਕੋਵਿਡ ਸੈਂਟਰ ਸ਼ੁਰੂ ਕੀਤਾ ਜਾਏਗਾ, ਉਹ ਕੋਵਿਡ ਸੈਂਟਰ ਹੈਗਾ, ਉਹ ਇੱਕ ਹਸਪੀਟਲ ਨਹੀਂ ਹੈ। ਉਹ ਕਹਿ ਰਹੇ ਨੇ ਕਿ ਹਸਪੀਟਲ ਇਨਫੈਕਟ ਉਹ ਸਿਰਫ ਕੋਵਿਡ ਸੈਂਟਰ ਹੈ ਜੀ। ਮੈਂ ਇਕਬਾਲ ਵੀਰ ਜੀ ਤੁਹਾਡੇ ਵੱਲ ਆਵਾਂਗਾ। ਇਕਬਾਲ ਸਿੰਘ ਜੀ, ਬਾਰ-ਬਾਰ ਇਹ ਝੂਠੇ ਬਿਆਨ, ਬਾਰ-ਬਾਰ ਇੱਕ ਦੂਜੇ ਤੇ ਅਸੀਂ ਬਿਆਨਬਾਜ਼ੀ ਜਿਹੜੀ ਕਿ ਇਸ ਪਾਰਟੀ ਨੇ ਐਵੇਂ ਕਰਤਾ, ਉਸ ਪਾਰਟੀ ਨੇ ਐਵੇਂ ਕਰਤਾ, ਲੇਕਿਨ ਜਿਹੜੀ ਪਾਰਟੀ ਜਿਹਨੂੰ ਸੇਵਾ ਦਾ ਮੌਕਾ ਮਿਲਦਾ ਵੇ ਉਹ ਕੁਛ ਨਾ ਕਰਕੇ ਦੂਜਿਆਂ ਦੇ ਉੱਤੇ ਇਲਜ਼ਾਮ ਲਗਾ ਦਿੰਦੀ ਹੈ। ਹਸਪੀਟਲ ਦਾ ਮੁੱਦਾ ਦੇਖੀਏ ਤਾਂ ਜਿਸ ਤਰ੍ਹਾਂ ਸੁਪ੍ਰੀਤ ਵੀਰ ਜੀ ਨੇ ਕਿਹਾ ਕਿ ਉੱਥੇ ਕੋਵਿਡ ਸੈਂਟਰ ਖੋਲ ਕੇ ਉਹਨੂੰ ਹਸਪੀਟਲ ਦਾ ਨਾਮ ਦਿੱਤਾ ਜਾ ਰਿਹਾ ਵੇ, ਡਾਇਲਿਸਿਸ ਸੈਂਟਰ ਖੋਲ ਕੇ ਉਹਨੂੰ ਹਸਪੀਟਲ ਦਾ ਨਾਮ ਦਿੱਤਾ ਜਾ ਰਿਹਾ ਵੇ, ਮਸ਼ੀਨਾਂ ਉਹਦੇ ਉੱਤੇ ਪੁਰਾਣੀਆਂ ਚੱਲਦੀ ਪਈਆਂ ਨੇ, 100 ਬੈੱਡ ਕਹੇ ਜਾਂਦੇ ਨੇ, 18 ਬੈੱਡ ਚੱਲ ਰਹੇ ਨੇ। ਇਹ ਗੱਲ ਅਸੀਂ ਖੈਰ ਬੜੀ ਵਾਰੀ ਅਸੀਂ ਹੈ ਸੰਗਤਾਂ ਦੇ ਰੂਬਰੂ ਰੱਖ ਚੁੱਕੇ ਹਾਂ। ਸਕੂਲਾਂ ਦਾ ਮੁੱਦਾ ਵੀ ਵੀਰ ਜੀ ਲਿਆ ਜਾਵੇ ਤਾਂ ਜੋ ਇੰਟਰਨਲ ਖਬਰਾਂ ਆ ਰਹੀਆਂ ਨੇ, ਉਹ ਟੀਚਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਵੇ, ਸਟਾਫ ਨੂੰ, ਉਹ ਖੁੱਲ ਕੇ ਨਹੀਂ ਬੋਲ ਪਾ ਰਹੇ। ਐਲਾਨ ਇਹ ਕੀਤਾ ਜਾ ਰਿਹਾ ਵੇ ਕਿ ਇਹ ਜਿਹੜੀ ਤਨਖਾਹਾਂ ਹੈਗੀਆਂ ਨੇ ਉਹ ਸਾਰੀਆਂ ਦੀ ਸਾਰੀਆਂ ਹੁਣ ਦੇ ਦਿੱਤੀਆਂ ਜਾ ਰਹੀਆਂ ਨੇ, ਪਰ ਜੋ ਸਾਨੂੰ ਖਬਰਾਂ ਆ ਰਹੀਆਂ ਨੇ, ਜੋ ਸਾਨੂੰ ਪਰਸਨਲ ਅਪਰੋਚ ਕਰਦੇ ਨੇ ਆਪਣਾ ਨਾਮ ਨਾ ਲੈ ਕੇ, ਪਰ ਉਹ ਬੜੇ ਪਰੇਸ਼ਾਨ ਨੇ ਟੀਚਰ ਤੇ ਸਟਾਫ, ਕੀ ਕਹਿੰਦੇ ਨੇ ਕਿ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਤਨਖਾਹਾਂ ਨਾ ਮਿਲਣ ਦੇ ਨਾਲ ਨਾਲ ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿਹੜਾ ਸਕੂਲ ਦਾ ਜਿਹੜਾ ਪੱਧਰ ਹੈ, ਐਜੂਕੇਸ਼ਨ ਦਾ ਪੱਧਰ ਹੈ, ਉਹ ਦਿਨ ਬ ਦਿਨ ਥੱਲੇ ਡਿੱਗਦਾ ਜਾ ਰਿਹਾ ਵੇ। ਹੁਣ ਮਤਲਬ ਇਹ ਹਾਲ ਆ ਗਿਆ ਕਿ ਉਹ ਧਰਤੀ ਤੋਂ ਵੀ ਹੇਠਾਂ ਜਾ ਰਿਹਾ ਹੈ।
ਇਸ ਸਾਰੇ ਮੁੱਦੇ ਤੇ ਇਕਬਾਲ ਵੀਰ ਜੀ ਤੁਹਾਡਾ ਕੀ ਖਿਆਲ ਹੈ ਔਰ ਇਹ ਕਿਉਂ ਇਹ ਸਿਚੁਏਸ਼ਨ ਇੰਨੀ ਵਿਗੜਦੀ ਜਾ ਰਹੀ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਥੋੜਾ ਜਿਹਾ ਨਾ ਸਾਨੂੰ ਇਹ ਸਮਝਣਾ ਪਏਗਾ ਕਿ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਂਦੇ ਹਾਂ, ਬੜਾ ਭਰੋਸਾ ਕਰਕੇ ਲਿਆਉਂਦੇ ਹਾਂ ਜੀ, ਇਹ ਉਸ ਗੱਲ ਤੇ ਖਰੇ ਨਹੀਂ ਉਤਰਦੇ। ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਇਹ ਸਾਰੇ ਜਿਹੜੇ ਆ ਨਾ ਸੈਂਟਰਲਾਈਜ਼ ਕਿਸੇ ਹੋਰ ਸਰਕਾਰਾਂ ਦੇ ਕਹਿਣ ਤੇ ਚੱਲਦੇ ਆ। ਤੁਸੀਂ ਇੱਕ ਚੀਜ਼ ਦੇਖੋ ਕਿ ਭਾਈ ਕਾਨ ਸਿੰਘ ਨਾਭਾ ਦੀ ਸ਼ਬਦਕੋਸ਼ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਿਹੜਾ ਅਰਥ ਕੱਢਿਆ ਗਿਆ ਹੈ ਕਿ ਇੱਕ ਸਿੰਘ ਸਭਾ ਇਸ ਕਰਕੇ ਬਣਾਈਆਂ ਜਾਂਦੀਆਂ, ਗੁਰੂ ਘਰ ਇਸ ਕਰਕੇ ਬਣਾਏ ਜਾਂਦੇ ਆ ਜਿੱਥੇ ਅਸੀਂ ਵਿਦਿਆ ਦਾ ਦਾਨ ਲੈ ਸਕੀਏ, ਭਾਵੇਂ ਉਹ ਧਾਰਮਿਕ ਹੋਵੇ ਭਾਵੇਂ ਉਹ ਅਧਿਆਤਮਕ ਹੋਵੇ। ਤੇ ਅਗਰ ਆਪਾਂ ਸਿਰਫ ਅਜੇ ਐਜੂਕੇਸ਼ਨ ਦੀ ਗੱਲ ਕਰੀਏ, ਹੋਰ ਸਾਰੀਆਂ ਚੀਜ਼ਾਂ ਹੈਗੀਆਂ ਨੇ, ਪਰ ਐਜੂਕੇਸ਼ਨ ਦੀ ਗੱਲ ਕਰੀਏ ਤੇ ਅੱਜ ਆਪਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਲੈ ਲਈਏ ਜਾਂ ਆਪਾਂ ਹਿਸਟੋਰੀਕਲ ਗੁਰਦੁਆਰਾ ਸਾਹਿਬ ਲੈ ਲਈਏ, ਸਾਨੂੰ ਕਿਤੋਂ ਵੀ ਨਾ ਵਿਦਿਆ ਦੀ ਦਾਤ ਮਿਲ ਰਹੀ ਹੈ, ਅਧਿਆਤਮਕ ਵਿਦਿਆ ਦੀ, ਨਾ ਸਮਾਜਿਕ ਵਿਦਿਆ ਦੀ। ਉਹਦਾ ਰੀਜ਼ਨ ਸਿਰਫ ਔਰ ਸਿਰਫ ਇਹ ਹੈ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਉਸ ਵੇਲੇ ਇਹ ਲੋਕ ਬੜੇ ਗੁੱਡਮੈਨ ਬਣ ਜਾਂਦੇ ਨੇ, ਅੱਛੇ ਬੰਦੇ ਬਣ ਜਾਂਦੇ ਨੇ, ਬਿਜ਼ਨਸਮੈਨ ਵਧੀਆ ਬਣ ਜਾਂਦੇ ਨੇ, ਪਰ ਜਦੋਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਰੂਪ ਵੇਖਣ ਵਾਲਾ ਹੁੰਦਾ। ਕਹਿੰਦੇ ਨਾ ਪੰਜਾਬੀ 'ਚ ਕਹਾਵਤ ਹੈ, ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ ਹੈ। ਰਾਈਟ। ਤੇ ਕਿਉਂਕਿ ਅਸੀਂ ਜੇ ਹੋਰ ਵੀ ਬਲਜੀਤ ਵੀਰ ਜੀ ਵੀ ਨੇ ਨਾਲ, ਹੋਰ ਵੀਰ ਜੀ ਵੀ ਹੈਗੇ ਨੇ ਹਨਾ, ਹੋਰ ਵੀ ਸੰਸਥਾਵਾਂ ਦਿੱਲੀ ਦੇ ਵਿੱਚ ਵੱਖ-ਵੱਖ ਇਲਾਕਿਆਂ 'ਚ ਕੰਮ ਕਰ ਰਹੀਆਂ ਨੇ ਤੇ ਰੋਜ਼ ਇਹਨਾਂ ਨਾਲ ਉੱਠਣਾ ਬੈਠਣਾ ਹੁੰਦਾ, ਕਿਸੇ ਨਾ ਕਿਸੇ ਕਾਰਜ ਵਾਸਤੇ, ਬੱਚੇ ਦੀ ਐਡਮਿਸ਼ਨ ਵਾਸਤੇ, ਕਿਸੇ ਦੀ ਫੀਸ ਵਾਸਤੇ ਅਪਰੋਚ ਕਰਨੀ ਪੈਂਦੀ ਹੈ। ਪਰਿਵਾਰ ਧੱਕੇ ਖਾ ਕੇ ਘਰ ਬੈਠ ਜਾਂਦਾ, ਹਾਰ ਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਾਂ ਵਟਐਵਰ ਕਿਸੇ ਵੀ ਸਿੱਖਾਂ ਦੇ ਸਕੂਲਾਂ ਤੋਂ ਉਹਨਾਂ ਨੂੰ ਕੱਢ ਕੇ ਸਰਕਾਰੀ ਸਕੂਲਾਂ 'ਚ ਪਾਇਆ ਜਾਂਦਾ ਹੈ। 46 ਹਲਕੇ ਨੇ ਸਾਡੇ ਕੋਲ, 46 ਹਲਕਿਆਂ ਦੇ ਵਿੱਚੋਂ 46 ਉਮੀਦਵਾਰ ਨਿਕਲਦੇ ਨੇ। ਮੈਂ ਕਹਿੰਦਾ ਵੀ ਕਿਸੇ ਵੀ ਉਮੀਦਵਾਰ ਦਾ ਬੱਚਾ ਅੱਜ ਦੀ ਡੇਟ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਪੜ੍ਹ ਰਿਹਾ ਨਹੀਂ ਪੜ੍ਹ ਰਿਹਾ। ਜਿਹੜੀ ਗੱਲ ਆਪ ਜੀ ਇਹ ਕਰ ਰਹੇ ਹੋ ਕਿ ਵੀ ਕੁਛ ਟੀਚਰਾਂ ਨੂੰ ਫੀਸ ਮਿਲ ਗਈ, ਸੈਲਰੀ ਮਿਲ ਗਈ ਹੈ ਔਰ ਕੁਛ ਟੀਚਰਾਂ ਨੂੰ ਨਹੀਂ ਮਿਲੀਆਂ ਕਿਹਨਾਂ ਨੇ? ਉਹਨੇ ਜਿਨ੍ਹਾਂ ਨੇ ਇਸ ਗੱਲ ਵਾਸਤੇ ਵਾਅਦਾ ਕਰਤਾ ਕਿ ਵੀਰ ਜੀ ਸਾਡੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਤੁਹਾਨੂੰ ਹੀ ਪੈਣਗੀਆਂ, ਅਸੀਂ ਤੁਹਾਡੇ ਅਗੇਂਸਟ ਨਹੀਂ ਜਾਵਾਂਗੇ। ਉਹਨਾਂ ਨੂੰ ਇਹਨਾਂ ਨੇ ਟੁਕੜਿਆਂ ਦਾ ਦੇ ਕੇ ਇਹਨਾਂ ਨੂੰ ਰਜਾ ਲਿਆ, ਔਰ ਜਿਨ੍ਹਾਂ ਦਾ ਇਹਨਾਂ ਨੂੰ ਪਤਾ ਹੈ ਨਾ ਕਿ ਇਹਨਾਂ ਨੂੰ ਅਸੀਂ ਬੰਦ ਫੀ ਕਟਾ ਲਾਂਗੇ ਤੇ ਇਹ ਸਾਨੂੰ ਵੋਟ ਨਹੀਂ ਪਾਣਗੇ, ਉਹ ਵਿਚਾਰੇ ਰੋਲ ਰਹੇ ਆ। ਇਹ ਸੱਚਾਈ ਹੈ ਵੀਰ ਜੀ, ਗਰਾਊਂਡ ਰਿਐਲਿਟੀ ਦੱਸ ਰਿਹਾ ਮੈਂ ਤੁਹਾਨੂੰ। ਛੋਟਾ ਜਿਹਾ ਉਦਾਹਰਣ ਦੇ ਦੇਣਾ। ਮੈਂ ਆਪਣੇ ਸੰਗਤਾਂ ਨਾਲ ਹੀ ਗੱਲ ਕਰਦਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਜਾਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬੰਦਿਆਂ ਨੂੰ ਡਾਇਰੈਕਟਲੀ ਨਹੀਂ ਇਨਵੋਲਵ ਕੀਤਾ, ਅਸੀਂ ਸੰਗਤ ਨੂੰ ਹੀ ਇਨਵੋਲਵ ਕੀਤਾ ਵੇ ਤਾਂ ਜੋ ਉਹ ਗੱਲ ਹੈ ਜਿਹੜੀ ਸੰਗਤ ਦੇ ਵਿੱਚ ਹੈ ਉਹ ਬਾਹਰ ਨਿਕਲ ਕੇ ਸਾਹਮਣੇ ਆਵੇ। ਤੇ ਜਿਸ ਤਰ੍ਹਾਂ ਇਕਬਾਲ ਵੀਰ ਜੀ ਨੇ ਗੱਲ ਆਖੀ ਕਿ ਉਹ ਰਿਐਲਿਟੀ ਦੱਸ ਰਹੇ ਨੇ, ਗਰਾਊਂਡ ਰਿਐਲਿਟੀ ਸੰਗਤ ਹੀ ਦੱਸ ਸਕਦੀ ਹੈ, ਕੋਈ ਜਿਹੜਾ ਰਾਜਸੀ ਨੇਤਾ ਹੈ ਜਾਂ ਪੋਲੀਟੀਕਲ ਜਿਹੜਾ ਏਜੰਡਾ ਵੇ ਉਹ ਨਹੀਂ ਦੱਸ ਸਕਦੇ। ਜੀ ਵੀਰ ਜੀ ਕੰਟੀਨਿਊ ਕਰੋ ਜੀ। ਹਾਂ, ਗਰਾਊਂਡ ਰਿਐਲਿਟੀ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਤੁਸੀਂ ਗਲਤੀ ਨਾਲ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਨਾਲ ਕਦੀ ਉਹਦੇ ਆਫਿਸ ਚਲੇ ਗਏ ਜਾਂ ਉਹਦੇ ਘਰ ਚਲੇ ਗਏ ਆ, ਇੱਕ ਤੁਹਾਡੀ ਸਮਾਜਿਕ ਨੇੜਤਾ ਹੋ ਗਈ ਤੇ ਦੂਸਰੇ ਵਾਲਾ ਇਹ ਮਨ ਬਣਾ ਲੈਂਦਾ ਹੈ ਕਿ ਇਹ ਉਸ ਪਾਰਟੀ ਦਾ ਬੰਦਾ ਹੈ ਤੇ ਉਹ ਉਹਨਾਂ ਦੇ ਕੀਤੇ ਜਾ ਰਹੇ ਸਮਾਗਮਾਂ ਦੇ ਵਿੱਚ, ਕਾਰਜਾਂ ਦੇ ਵਿੱਚ, ਕੋਈ ਵੀ ਧਾਰਮਿਕ ਕਾਰਜ ਕੀਤਾ ਜਾ ਰਿਹਾ ਹੋਵੇ ਵਿੱਚ ਜਾਂ ਤਾਂ ਉਹਨਾਂ ਨੂੰ ਬੁਕਿੰਗ ਹੀ ਨਹੀਂ ਦਿੰਦੇ, ਕਿਉਂਕਿ ਇਹ ਹੁਣ ਗੁਰਦੁਆਰਾ ਸਾਹਿਬ ਜਿਹੜਾ ਸਾਡਾ ਧਾਰਮਿਕ ਸਥਾਨ ਹੈ, ਇਹਨਾਂ ਨੂੰ ਸਿਰਫ ਪੋਲੀਟੀਕਲ ਪਲੇਟਫਾਰਮ ਬਣ ਚੁੱਕੇ ਆ। ਮੈਂ ਕੱਲ ਹੀ ਆਪਣਾ ਇੱਕ ਲੇਟੈਸਟ ਐਕਸਪੀਰੀਅੰਸ ਦੱਸ ਸਕਦਾ। ਸਾਡਾ ਵਾਰਡ ਨੰਬਰ 2 ਪੈਂਦਾ, ਸਰੂਪ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ। ਉੱਥੇ ਪਾਰਟੀ ਦੇ ਦੂਸਰੇ ਵਾਲੇ ਜਿਨ੍ਹਾਂ ਦੀ ਪਕੜ ਹੈ, ਮਤਲਬ ਮੈਂ ਨਾਮ ਨਹੀਂ ਲਵਾਂਗਾ, ਪਰ ਜਿਨ੍ਹਾਂ ਦੀ ਪਕੜ ਹੈ ਨਾ, ਉਹ ਦੂਸਰੀ ਜਿਹੜੇ ਨੌਜਵਾਨ ਵੀਰ ਉੱਥੇ ਕੋਈ ਸਮਾਗਮ ਕਰਨਾ ਚਾਹੁੰਦੇ ਨੇ, ਉਹਨਾਂ ਦੀ ਐਂਟਰੀ ਨਹੀਂ ਹੈ। ਉਹਨਾਂ ਨੂੰ ਪ੍ਰਬੰਧਕ ਸਾਫ਼ ਕਹਿ ਰਹੇ ਨੇ ਵੀਰ ਜੀ 22 ਤਰੀਕ ਤੋਂ ਬਾਅਦ ਸਮਾਗਮ ਕਰ ਲਿਓ। ਤੇ ਹੁਣ ਨੌਜਵਾਨ ਵੀਰ ਨੇ, ਉਹਨਾਂ ਨੇ ਧਾਰਮਿਕ ਸਮਾਗਮ ਕਰਨਾ ਹੈ ਤੇ ਉਹਨਾਂ ਨੂੰ ਅਨੁਮਤੀ ਦਿੱਤੀ ਜਾਏ। ਹਾਂ, ਗੁਰਦੁਆਰਿਆਂ ਵਿੱਚ ਕੀ ਹੋਣਾ ਚਾਹੀਦਾ, ਤੁਹਾਡੇ 3 ਉਮੀਦਵਾਰ ਨੇ, 5 ਉਮੀਦਵਾਰ ਨੇ, ਸਭ ਨੂੰ ਮੌਕਾ ਦਿਵੋ, ਸਾਰੇ ਆਪਣੀ ਗੱਲ ਸੰਗਤ ਅੱਗੇ ਰੱਖਣ। ਆਪਣਾ ਵਰਕ ਜੋ ਉਹਨਾਂ ਨੇ 4 ਸਾਲ 5 ਸਾਲ 25 ਸਾਲ ਦੇ ਵਿੱਚ ਜੋ ਕੀਤਾ ਹੈ ਉਹ ਸੰਗਤ ਅੱਗੇ ਰੱਖਣ, ਫੈਸਲਾ ਸੰਗਤ ਕਰੇਗੀ। ਮਗਰ ਵੋਟ ਦੀ ਰਾਜਨੀਤੀ ਕਰਕੇ ਕੀ ਹੋ ਰਿਹਾ ਹੈ ਕਿ ਜਾਤ ਪਾਤ, ਮੇਰਾ ਤੇਰਾ, ਜਿਹੜਾ ਮੇਰੇ ਲਾਗੇ ਹੈ ਉਹਨੂੰ ਵਧੀਆ ਦਿੱਤਾ ਜਾ ਰਿਹਾ, ਔਰ ਦਿੱਤਾ ਵੀ ਸਿਰਫ ਹੁਣੀ ਜਾਏਗਾ। ਨੌਜਵਾਨ ਵੀਰਾਂ ਨੂੰ ਜਨਰਲ ਸਕੱਤਰੀਆਂ ਦੇ ਕੇ ਨਾ, ਹੁਣ ਦੇਖੋ ਸਾਡਾ ਸਿਧਾਂਤ ਕੀ ਸੀਗਾ, ਗੁਰੂ ਨਾਨਕ ਸਾਹਿਬ ਨੇ ਨਾਮ ਜਪਿਆ, ਸਾਰੇ ਸੰਸਾਰ ਨੂੰ ਜਪਾਇਆ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਸੇਵਾ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਆਏ, ਵਿਦਿਆ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤੇ ਜਾ ਕੇ
ਕਿਤੇ ਅਸੀਂ ਮੀਰੀ ਪੀਰੀ ਦਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਾ ਕੇ ਅਸੀਂ ਮੀਰੀ ਪੀਰੀ ਦਾ ਸਿਧਾਂਤ ਨੂੰ ਅਸੈਪਟ ਕੀਤਾ। ਪਰ ਅੱਜ ਸਾਡੇ ਨਾਲ ਇਹ ਲੋਕ ਕੀ ਕਰ ਰਹੇ ਨੇ, ਸਾਡੇ ਨਵੇਂ ਮੁੰਡਿਆਂ ਨੂੰ, ਜਿਨ੍ਹਾਂ ਨੂੰ ਹਜੇ ਅਸੀਂ 5 ਬਾਣੀਆਂ ਦੇ ਨਾਲ ਜੋੜਨਾ ਸੀਗਾ, ਨਿਤਨੇਮ ਦੀ ਬਾਣੀਆਂ ਦੇ ਨਾਲ ਜੋੜਨਾ ਸੀਗਾ, ਪਰ ਉਹਨਾਂ ਨੂੰ ਅਸੀਂ ਸਿੱਧਾ ਪ੍ਰਧਾਨਗੀਰੀਆਂ ਸਤਕਰਤਰੀਆਂ ਦੇਤੀਆਂ। ਤੇ ਉਹਨਾਂ ਨਾਲ ਜਦੋਂ ਧਾਰਮਿਕ ਲੈਵਲ ਤੇ ਕੋਈ ਗੱਲ ਕਰੋ ਤਾਂ ਉਹਨਾਂ ਕੋਲ ਜਵਾਬ ਨਹੀਂ ਹੈ। ਲੀਡਰ ਦਾ ਔਰ ਆਗੂ ਦਾ ਮਤਲਬ ਕੀ ਹੁੰਦਾ ਹੈ? ਲੀਡਰ ਔਰ ਆਗੂ ਦਾ ਮਤਲਬ ਹੁੰਦਾ ਹੈ ਕਿ ਚਲੋ ਤੁਸੀਂ ਅਦਰ ਕਮਿਊਨਿਟੀ ਦੇ ਬੰਦੇ ਨੂੰ ਕਨਵਿੰਸ ਨਾ ਕਰ ਸਕੋ, ਉਹਨੂੰ ਸਮਝਾ ਨਾ ਸਕੋ, ਪਰ ਸਿੱਖ ਪਰਿਵਾਰ ਦੇ ਵਿੱਚ ਜਾਂ ਸਿੱਖ ਪਰਿਵਾਰ ਦੇ ਜਿਹੜੇ ਬੱਚੇ ਨੇ, ਅਗਰ ਉਹ ਤੁਹਾਨੂੰ ਆ ਕੇ ਕੋਈ ਸਵਾਲ ਕਰ ਲੈਂਦੇ ਨੇ ਸਿੱਖੀ ਪ੍ਰਤੀ, ਘੱਟੋ ਘੱਟ ਉਹ ਸੈਟੀਸਫਾਈਡ ਨਾ ਹੋਣ, ਪਰ ਤੁਸੀਂ ਉਹਨਾਂ ਨੂੰ ਕੋਈ ਸਵਾਲ ਦਾ ਜਵਾਬ ਤਾਂ ਦੇ ਸਕੋ। ਉਹਦੇ ਵਾਸਤੇ ਤੁਸੀਂ ਕਹਿੰਦੇ ਹੋ ਕਿ ਉਹ ਵੀਰ ਜੀ ਮੈਨੂੰ ਤਾਂ ਪਤਾ ਨਹੀਂ, ਬਸ ਮੈਂ ਤਾਂ, ਫਿਰ ਅਸੀਂ ਕਹਿੰਦੇ ਭਰਾ ਤੂੰ ਤਾਂ ਯੂਥ ਅਕਾਲੀ ਦਲ ਦਾ ਪ੍ਰਧਾਨ ਹੈ। ਉਹ ਵੀਰ ਜੀ ਉਹ ਬਸ ਉਹ। ਸੋ ਇਹ ਸਾਡਾ ਨਾ ਮਤਲਬ, ਜੇਕਰ ਅਸੀਂ ਥੋੜੀ ਜਿਹੀ ਮਜ਼ਾਕ ਦੇ ਵਿੱਚ ਪਰ ਇੱਕ ਸਰਕਾਸਟਿਕਲੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਆਗੂ ਨੇ ਉਹ ਲੀਡ ਨਾ ਕਰਕੇ ਉਹ ਅੱਗ ਲਾਉਣ ਦਾ ਕੰਮ ਕਰ ਰਹੇ ਨੇ, ਇਸ ਕਰਕੇ ਉਹਨਾਂ ਨੂੰ ਆਗੂ ਜ਼ਿਆਦਾ ਕਿਹਾ ਜਾਂਦਾ ਹੈ, ਇਹ ਅੱਗ ਹੀ ਲਾਉਂਦੇ। ਰਾਈਟ। ਅੱਜ ਦੂਸਰਾ ਕੀ ਵੀ ਜਿੱਥੇ ਜ਼ਿਆਦਾ ਮੁੰਡੇ ਦਿਖਣਗੇ ਉੱਥੇ ਅੱਗ ਲਾ ਕੇ ਮਤਲਬ ਕਿਵੇਂ ਉਹਨਾਂ ਨੂੰ ਡਿਵਾਈਡ ਕਰਨਾ ਕਿ ਇਕੱਠੇ ਨਾ ਹੋ ਜਾਣ, ਕਿਉਂਕਿ ਨੌਜਵਾਨ ਇੱਕ ਤਾਕਤ ਵੇਖੀ ਜਾਂਦੀ ਹੈ, ਠੀਕ ਹੈ ਨਾ। ਨੌਜਵਾਨ ਆਪਸ ਦੇ ਵਿੱਚ ਇਕੱਠੇ ਨਾ ਹੋਣ, ਤੇ ਜਿਹੜਾ ਤੇ ਲੀਡਰਸ਼ਿਪ ਲੈ ਲੇਗਾ ਜਾਂ ਜਿਹੜਾ ਪੈਸੇ ਲੈ ਲੇਗਾ, ਜਿਹੜਾ ਕੁਝ ਲੈ ਲੇਗਾ, ਉਹਨੂੰ ਜੋੜ ਲੈਣਗੇ, ਬਾਕੀ ਉਹਨੂੰ ਕਹਿਣਗੇ ਤੁਹਾਡੀ ਗਿਣਤੀ ਘਟ ਰਹੇਗੀ। ਜੀ ਵੀਰ ਜੀ, ਮੈਂ ਬਲਜੀਤ ਸਿੰਘ ਵੀਰ ਵੱਲ, ਮੇਰਾ ਸਵਾਲ ਹੈ ਤਿੰਨਾਂ ਨਾਲ ਹੈ, ਲੇਕਿਨ ਮੈਂ ਸ਼ੁਰੂਆਤ ਬਲਜੀਤ ਸਿੰਘ ਵੀਰ ਜੀ ਤੋਂ ਕਰਾਂਗਾ। ਬਲਜੀਤ ਸਿੰਘ ਵੀਰ ਜੀ, ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਗੈਰ ਸਿੱਖ ਸਿਧਾਂਤ ਵਾਲੀਆਂ ਜਿਹੜੇ ਫਿਰਕੇ ਨੇ, ਅਸੀਂ ਸਭ ਦੀ ਰਿਸਪੈਕਟ ਕਰਨੇ ਆ, ਭਾਵੇਂ ਹਿੰਦੂ ਹੋਣ, ਮੁਸਲਿਮ ਹੋਣ, ਸਿੱਖ ਹੋਵੇ, ਈਸਾਈ ਹੋਵੇ ਜਾਂ ਉਹ ਕੋਈ ਵੀ ਹੋਵੇ, ਪਰ ਇੱਕ ਵੇਖਿਆ ਜਾ ਰਿਹਾ ਕਿ ਜਿਹੜਾ ਇੱਕ ਇਲੈਕਸ਼ਨ ਹੈ, ਜਿਹੜੀ ਇੱਕ ਬੋਰਡ ਹੈ, ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਜਦੋਂ ਇੱਕ ਗੈਰ ਸਿੱਖਾਂ ਦੀ ਐਂਟਰੀ ਕੀਤੀ ਜਾਵੇ ਤਾਂ ਇਹ ਇੱਕ ਬੜਾ ਵੱਡਾ ਕੁਐਸਚਨ ਮਾਰਕ ਲੱਗਦਾ ਵੇ ਸਾਡੇ ਆਪਣੇ ਆਪ ਦੇ ਉੱਤੇ ਕਿ ਇਹ ਅਸੀਂ ਕੀ ਕਰ ਰਹੇ ਹਾਂ। ਮੈਂ ਡਾਇਰੈਕਟਲੀ ਅਗਰ ਗੱਲ ਕਰਾਂ ਕਿ ਨਾਮਧਾਰੀ ਜਿਹੜੇ ਹੈਗੇ ਨੇ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ, ਉਹਨਾਂ ਦਾ ਜੀਉਣ ਦਾ ਤਰੀਕਾ, ਉਹਨਾਂ ਦੇ ਜਿਹੜੇ ਸੰਸਕਾਰ ਨੇ, ਉਹਨਾਂ ਦੇ ਜਿਹੜੀ ਅਰਦਾਸ ਹੈ, ਉਹਨਾਂ ਦਾ ਜਿਹੜਾ ਵਿਆਹ ਵੇ, ਉਹਨਾਂ ਦੇ ਜਿਹੜੇ ਗੁਰੂ ਨੇ, ਹਰ ਚੀਜ਼ ਜਿਹੜੀ ਹੈਗੀ ਹੈ ਸਾਡੇ ਤੋਂ ਉਲਟ ਹੈ, ਸਾਡੇ ਤੋਂ ਵੱਖਰੀ ਹੈ। ਪਰ ਅਸੀਂ ਉਹਨਾਂ ਨੂੰ ਟਿਕਟਾਂ ਵੀ ਦੇ ਰਹੇ ਹਾਂ, ਅਸੀਂ ਉਹਨਾਂ ਦੀ ਸਪੋਰਟ ਵੀ ਲੈ ਰਹੇ ਹਾਂ, ਅਸੀਂ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਹਾਂ ਔਰ ਖੁੱਲ੍ਹ ਕੇ ਕਰ ਰਹੇ ਹਾਂ। ਅਸੀਂ ਇਸ ਮੁੱਦੇ ਤੇ ਆਵਾਜ਼ ਵੀ ਚੁੱਕੀ ਸੀ, ਜਿਹੜੀ ਬੀਬੀ ਜੀ ਆਏ ਸਨ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਅਸੀਂ ਪਿੱਛੇ ਕੀਤਾ। ਹੁਣ ਫਿਰ ਕੁਝ ਐਸੇ ਆਗੂ ਅੱਗੇ ਆ ਰਹੇ ਨੇ ਜਿਹੜੇ ਹੈਗੇ ਦੇ ਨਾਮਧਾਰੀ ਨੇ ਪਰ ਆਪਣੇ ਆਪ ਨੂੰ ਸਿੱਖ ਕਹਿ ਕੇ ਸਾਡੇ ਤੇ ਵੜ ਰਹੇ ਨੇ। ਉਹ ਵੀ ਇੱਕ ਬੜੀ ਵੱਡੀ ਘੁਸਪੈਠ ਜਿਹੜੀ ਹੈਗੀ ਹੈ ਸਿੱਖਾਂ ਦੇ ਵਿੱਚ ਹੋ ਰਹੀ ਹੈ। ਇੱਕ ਅਗਰ ਅਸੀਂ ਰਾਧਾ ਸਵਾਮੀ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ, ਅਗਰ ਅਸੀਂ ਬਾਬਾ ਰਾਮ ਰਹੀਮ ਦਾ ਵਿਰੋਧ ਕਰਨੇ ਹਾਂ, ਕਿਉਂ ਕਰਨੇ ਆ? ਕਿਉਂਕਿ ਉਹ ਸਿੱਖ ਗੁਰਮਤ ਦੇ ਉਲਟ ਨੇ ਤੇ ਇਹ ਵੀ ਗੁਰਮਤ ਦੇ ਸਿਧਾਂਤਾਂ ਦੇ ਉਲਟ ਨੇ। ਇਹਨਾਂ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਵੀ ਜੀ? ਦੇਖੋ ਜੀ, ਗੱਲ ਹੋਈ ਹੈ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਆਗੂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਅਸੀਂ 46 ਲੀਡਰਸ ਚੁਣਦੇ ਹਾਂ, ਬੇਸਿਕਲੀ ਇਹ ਲੀਡਰ ਨਹੀਂ ਹੋਣੇ ਚਾਹੀਦੇ, ਹੋਣੇ ਤੇ ਮੈਨੇਜਰਸ ਚਾਹੀਦੇ ਨੇ, ਮਾਲਕ ਤੇ ਸੰਗਤ ਹੈ। ਲੇਕਿਨ ਅਸੀਂ ਅਫਸੋਸ ਨਾਲ ਕਹਿੰਦੇ ਹਾਂ ਕਿ ਇਹਨਾਂ ਨੂੰ ਅਗਰ ਅਸੀਂ ਆਗੂ ਬੁਲਾ ਵੀ ਲੈਂਦੇ ਹਾਂ ਜਾਂ ਅਸੀਂ ਇਹਨਾਂ ਨੂੰ ਸੰਗਤ ਚੁਣ ਵੀ ਲੈਂਦੀ ਹੈ, ਤੇ ਚੁਣਨ ਤੋਂ ਬਾਅਦ ਵੀ ਨਾ ਇਹਨਾਂ ਨੂੰ ਆਪਣੇ ਇਲਾਕੇ 'ਚ ਜਿਹੜੇ ਬੇਸਿਕਲੀ ਇਹਨਾਂ ਜਿਹੜੇ ਪੋਲੀਟੀਕਲ ਜਿਹੜੇ ਇਲੈਕਸ਼ਨ ਲੜਦੇ ਨੇ ਗੁਰਦੁਆਰਾ ਪ੍ਰਬੰਧ ਲਈ, ਇਹਨਾਂ ਦਾ ਕੋਈ ਆਪਣਾ ਵਿਜ਼ਨ ਮਿਸ਼ਨ ਜਾਂ ਮੋਟਿਵ ਕੁਝ ਨਹੀਂ ਹੈਗਾ, ਸਿਵਾਏ ਇੱਕ ਚੀਜ਼ ਦੇ ਕਿ ਮੈਂ ਕੁਰਸੀ ਤੇ ਕਾਬਜ ਹੋਣਾ ਹੈ ਤੇ ਮੈਂ ਅੱਗੇ ਆਪਣਾ ਬੈਨੀਫਿਟ ਕਿਵੇਂ ਲੈਣਾ ਹੈ ਜਾਂ ਆਪਣੇ ਬੰਦਿਆਂ ਦਾ ਬੈਨੀਫਿਟ ਕਿਵੇਂ ਕਰਾਉਣਾ ਹੈ। ਜਦ ਤੱਕ ਇਹ ਚੀਜ਼ ਸਾਡੇ ਪ੍ਰਬੰਧ ਵਿੱਚ ਰਹੇਗੀ ਨਾ, ਤਦ ਤੱਕ ਸਾਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ, ਕਿਉਂਕਿ ਇਹਨਾਂ ਨੂੰ ਬੈਕਐਂਡ ਤੇ ਸਰਕਾਰਾਂ ਸਪੋਰਟ ਕਰਦੀਆਂ। ਔਰ ਚਾਹੇ ਸਰਕਾਰ ਡਾਇਰੈਕਟਲੀ ਨਾ ਵੀ ਸਪੋਰਟ ਕਰੇ, ਹਰ ਕੈਂਡੀਡੇਟ ਜਿਹੜਾ ਖੜਾ ਹੁੰਦਾ ਨਾ, ਉਹ ਆਪਣੇ ਇਲਾਕੇ ਦਾ ਗੈਰ ਸਿੱਖ ਬੰਦਾ ਜਾਂ ਜਿਹੜੀਆਂ ਸੰਸਥਾਵਾਂ ਦਾ ਤੁਸੀਂ ਨਾਮ ਲੈ ਰਹੇ ਹੋ, ਚਾਹੇ ਉਹ ਨਾਮਧਾਰੀ ਹਨ, ਰਾਧਾ ਸਵਾਮੀ ਹਨ ਜਾਂ ਗੁਰੂ ਜੀ ਵਾਲੇ ਹਨ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਸਿੱਖੀ ਤੋਂ ਵੱਖਰੀਆਂ ਨੇ ਪਰ ਉਹਨਾਂ ਦੀ ਕਿਸੇ ਹੱਦ ਤੱਕ ਸਿੱਖ ਧਰਮ ਨਾਲ ਥੋੜੀ ਜਿਹੀ ਨੇੜਤਾ ਹੈ, ਜਾਂ ਗੁਰੂ ਨਾਨਕ ਨਾਮ ਲੇਵਾ ਕਹਿ ਲਓ ਜਾਂ ਸਹਿਜਧਾਰੀ ਕਹਿ ਲੈਣ, ਇਹ ਸਾਰੀਆਂ ਡੈਫੀਨੇਸ਼ਨਸ ਅਸੀਂ ਆਪ ਖਰਾਬ ਕਰ ਚੁੱਕੇ ਹਾਂ। ਇਹ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਰਿਆਦਾ ਤੋਂ ਮੁਨਕਰ ਨੇ ਸਾਰੀਆਂ, ਅਸੀਂ ਇਹਨਾਂ ਨੂੰ ਫਿਰ ਵੀ ਵੋਟ ਪਾਉਣ ਦਾ ਅਧਿਕਾਰ ਦਿੰਦੇ ਹਾਂ, ਕਿਉਂਕਿ ਜਿਹੜੇ ਸਿਆਸੀ ਲੀਡਰ ਨੇ ਉਹ ਆਪਣਾ ਫਾਇਦਾ ਦੇਖਦੇ, ਨਿੱਜੀ ਫਾਇਦਾ ਉਹਨਾਂ ਨੂੰ ਦਿਖਦਾ ਇੱਥੇ। ਉਹਦਾ ਕਾਰਨ ਇਹੀ ਹੈ ਕਿ ਜੇ ਉਹ ਆਪ ਪਤਤ ਵੀ ਹੈ, ਉਹਦੇ ਕੇਸ ਨਹੀਂ ਨੇ, ਉਹ ਆਪ ਵੋਟ ਨਹੀਂ ਪਾ ਸਕਦਾ, ਪਰ ਉਹਦੇ ਪਰਿਵਾਰ 'ਚ 15 ਬੰਦੇ ਨੇ ਜਾਂ ਉਹਦੇ ਰਿਸ਼ਤੇਦਾਰ ਉਸ ਇਲਾਕੇ 'ਚ ਨੇ, ਤੇ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹਦੇ 'ਚ ਪਾਰਟੀਸਿਪੇਟ ਕਰਦਾ ਕਿ ਮੈਂ ਆਪਣੀਆਂ ਵੋਟਾਂ 15 ਤੁਹਾਨੂੰ ਪਵਾਵਾਂਗਾ, ਮੇਰਾ ਇਹ ਕੰਮ ਕਰਾ ਕੇ ਦੇ। ਜੀ ਜਦ ਤੱਕ ਇਹ ਰੁਝਾਨ ਰਹੇਗਾ ਨਾ, ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਆ ਸਕਦੇ, ਸਾਨੂੰ ਇਸ ਤੇ ਵੀ ਕੰਮ ਕਰਨਾ ਪੈਣਾ। ਇਕਬਾਲ ਸਿੰਘ ਜੀ, ਤੁਹਾਡੇ ਅਨੁਸਾਰ ਹੈ ਕਿ ਮੇਨ ਰੋਲ ਕੀ ਅਦਾ ਕਰ ਰਹੇ ਨੇ? ਦੇਖੋ ਵੀਰ ਜੀ, ਇਹਦੇ ਵਿੱਚ ਨਾ ਥੋੜੀ ਜਿਹੀ ਗੱਲ ਸਮਝਣ ਵਾਲੀ ਹੈ ਕਿ ਜੇ ਅਗਰ ਆਪਾਂ ਗੱਲ ਕਰੀਏ ਸਿਰਫ ਸਿੱਖਾਂ ਦੀ ਵੋਟ ਪੈਣ ਦੀ,
ਠੀਕ ਹੈ ਨਾ, ਫਿਰ ਤੁਹਾਡੀ ਸਰਕਾਰ ਦੇ ਹਿਸਾਬ ਨਾਲ ਤੁਹਾਡੀ ਗਿਣਤੀ ਘਟਦੀ ਹੈ। ਹੁਣ ਸਿੱਖ ਦੀ ਕੋਈ ਡੈਫੀਨੇਸ਼ਨ ਅਸੀਂ ਜਿਹੜੀ ਦਿੱਤੀ ਆ, ਹੁਣ ਡੈਫੀਨੇਸ਼ਨ ਅਸੀਂ ਇਹ ਦਿੱਤੀ ਹੈ ਕਿ ਸਰਦਾਰ ਹੋਵੇ, ਦਸਤਾਰ ਸਜਾਂਦਾ ਹੋਵੇ, ਦਾੜਾ ਰੱਖਿਆ ਹੋਵੇ, ਹੈਨਾ, ਭਾਵੇਂ ਅੰਮ੍ਰਿਤ ਛਕਿਆ ਨਹੀਂ ਛਕਿਆ, ਇਹ ਵੋਟਰ ਨੂੰ ਮਤਲਬ ਇਹ ਵੋਟਰ ਜਿਹੜਾ ਅੰਮ੍ਰਿਤਧਾਰੀ ਨਾ ਵੀ ਹੋਵੇ ਪਰ ਸਿੱਖ ਹੈ। ਜਾਂ ਤਾਂ ਤੁਸੀਂ ਉੱਥੇ ਸਾਰੇ ਲੀਡਰ, ਪੰਥ ਦਰਦੀ ਲੀਡਰ ਉੱਥੇ ਇਹ ਆਇਡੈਂਟੀਫਾਈ ਕਰ ਦੇਣ ਕਿ ਸਿਰਫ ਅੰਮ੍ਰਿਤਧਾਰੀ ਗੁਰਸਿੱਖ ਹੀ ਕਰ ਸਕਦਾ ਹੈ, ਫਿਰ ਇਹਦਾ ਮੈਂ ਕੋਈ ਆਪ ਜੀ ਨੂੰ ਅੱਛੀ ਤਰੀਕੇ ਨਾਲ ਜਵਾਬ ਦੇ ਸਕਦਾ, ਕਿਉਂਕਿ ਇਹ ਜਿਹੜੀਆਂ ਵਿਚਾਰਾਂ ਨੇ ਇਹ ਡਾਇਰੈਕਟ ਸਰਕਾਰਾਂ ਵੱਲੋਂ ਆਉਣੀਆਂ ਨੇ। ਇਹਦੇ ਵਿੱਚ ਸਾਡੇ ਕੋਲ ਪਰੇਸ਼ਾਨੀ ਇਹ ਆਉਂਦੀ ਹੈ ਕਿ ਵੀ ਸਾਡੀ ਫਿਰ ਵੋਟਿੰਗ ਵੀ ਘਟਦੀ ਹੈ, ਭਾਵੇਂ ਅਸੀਂ ਅਜੇ 2% ਆ ਪਰ ਅਸੀਂ ਦੇਸ਼ ਨੂੰ 98% 99% ਸੰਭਾਲ ਕੇ ਰੱਖਿਆ ਹੋਇਆ, ਫਿਰ ਤੁਸੀਂ 2% ਤੋਂ ਹੋਰ ਥੱਲੇ ਹੋ ਜਾਓਗੇ। ਔਰ ਜੇ ਅੱਛਾ ਹੁਣ ਦੂਸਰੀ ਗੱਲ ਕੀ ਕਰਦੇ ਆ ਕਿ ਚਲੋ ਆਪਾਂ ਇਹ ਕਹਿੰਦੇ ਆ ਕਿ ਵੀ ਸਿੱਖ ਨਹੀਂ ਪਾਏਗਾ, ਹੁਣ ਜਿਹੜੇ ਆਪਣੇ ਸਿੱਖ ਪਰਿਵਾਰ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜੈਂਟਸ ਨੇ, ਜਿਨ੍ਹਾਂ ਨੇ ਦਸਤਾਰਾਂ ਹੁਣ ਨਹੀਂ ਸਜਾਈਆਂ ਹੋਈਆਂ, ਕੇਸ ਨਹੀਂ ਰੱਖੇ ਹੋਏ, ਪਰ ਉਹਨਾਂ ਦੇ ਘਰ ਤੋਂ ਉਹਨਾਂ ਦੀਆਂ ਜਿਹੜੀਆਂ ਵਾਈਫਸ ਨੇ ਜਾਂ ਉਹਨਾਂ ਦੀਆਂ ਭੈਣਾਂ ਨੇ ਜਾਂ ਉਹਨਾਂ ਦੀਆਂ ਮਾਵਾਂ ਨੇ, ਬੀਬੀਆਂ ਨੇ, ਉਹ ਆ ਕੇ ਵੋਟ ਪਾ ਕੇ ਜਾਂਦੀਆਂ ਨੇ। ਤੇ ਇਹਦੇ ਵਾਸਤੇ ਨਾ ਥੋੜਾ ਜਿਹਾ ਕੀ ਹੈ ਕਿ ਸਾਡੇ ਜਿਹੜੇ ਬੁੱਧੀਜੀਵੀ ਲੋਕ ਨੇ, ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਆਗੂ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਜਿਹੜੇ ਇਹ ਸਾਰੀ ਰਣਨੀਤੀ ਮਤਲਬ ਤਿਆਰ ਕਰਨ ਵਾਲੀ ਆ ਕਿ ਭਾਵੇਂ ਅਸੀਂ ਗਿਣਤੀ ਤੋਂ ਜਾਂ ਤਾਂ ਘੱਟ ਜਾਈਏ, ਬੇਸ਼ੱਕ 50 ਜਣੇ ਹੋਈਏ ਵੋਟਿੰਗ ਕਰਨ ਵਾਲੇ ਹੋਈਏ, ਪਰ ਵੋਟਿੰਗ ਹੋਵੇ ਜੈਨੂਇਨ ਕਰਨ ਵਾਲੀ। ਇਹ ਸਾਡਾ ਥੋੜਾ ਜਿਹਾ ਇੱਕ ਚੀਜ਼ ਇੱਥੇ ਹੋਰ ਵੀ ਹੈ ਕਿ ਇਹ ਗੱਲ ਹੋ ਗਈ ਵੋਟਿੰਗ ਦੀ, ਪਰ ਇੱਥੇ ਅਸੀਂ ਡਾਇਰੈਕਟ ਲੀਡਰ ਉਹ ਲੈ ਕੇ ਆ ਰਹੇ ਹਾਂ ਜਿਹੜੇ ਕਿ ਸਿੱਖ ਨਹੀਂ ਹੈਗੇ, ਆਪਣੇ ਨਾਮਧਾਰੀ ਫਿਰਕੇ ਦੇ ਵਿੱਚੋਂ ਅਸੀਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਹੋਈਆਂ ਨੇ, ਔਰ ਜਾਂ ਤੇ ਉਹ ਨਾਮਧਾਰੀ ਹੈ ਜਾਂ ਤੇ ਉਹ ਸਿੱਖ ਹੈ। ਹੁਣ ਦੋਨੇ ਚੀਜ਼ਾਂ ਨਹੀਂ ਹੋ ਸਕਦੀ, ਜੇ ਦੋਨੇ ਚੀਜ਼ਾਂ ਖੜਾ ਹੈ ਤੇ ਫਿਰ ਉਹ ਦੁਵਿਧਾ ਹੋ ਗਈ ਨਾ, ਫਿਰ ਹੋਵੋ 71 ਮੇਰੇ ਭਾਈ ਦੁਵਿਧਾ। ਹਾਂ, ਇਹਦੇ ਵਾਸਤੇ ਕੀ ਮੈਨੂੰ ਇਹ ਸਮਝ ਆਉਂਦੀ ਕਿ ਜਿਹੜੀ ਵੀ ਪਾਰਟੀਆਂ ਤੋਂ ਅਦਰ ਸੰਪਰਦਾਵਾਂ ਦੇ ਜਿਹੜੇ ਵੀ ਉਮੀਦਵਾਰ ਖੜੇ ਹੁੰਦੇ ਆ, ਠੀਕ ਹੈ, ਹੁਣ ਜਿਹੜੇ ਪਾਰਟੀ ਦੇ ਲੀਡਰ ਨੇ, ਭਾਵੇਂ ਆਪਾਂ ਸਰਨਾ ਸਾਹਿਬ ਦੀ ਪਾਰਟੀ ਦਾ ਹੋਣ, ਚਾਹੇ ਸਿਰਸਾ ਸਾਹਿਬ ਦੇ ਹੋਣ, ਔਰ ਚਾਹੇ ਤੁਹਾਡੇ ਜੀਕੇ ਜੀ ਹੋਣ, ਠੀਕ ਹੈ ਜੀ, ਹੁਣ ਇਹਨਾਂ ਦੀ ਅਗਰ ਪਾਰਟੀਆਂ ਤੋਂ ਅਗਰ ਇਸ ਤਰ੍ਹਾਂ ਦੀ ਸ਼ਖਸੀਅਤ ਵਾਲਾ ਕੋਈ ਸ਼ਖਸ ਖੜਾ ਹੁੰਦਾ ਔਰ ਇਹ ਟਿਕਟ ਦਿੰਦੇ ਨੇ, ਦੇਖੋ ਉਹ ਤਾਂ ਟਿਕਟ ਲੈਣਗੇ ਹੀ ਲੈਣਗੇ, ਜਿਹਨੂੰ ਪ੍ਰਸ਼ਾਦ ਵੰਡੋਗੇ ਉਹ ਤਾਂ ਲਏਗਾ ਹੀ ਲਏਗਾ। ਇਹਦੇ ਵਿੱਚ ਮੈਂ ਸਮਝਦਾ ਕਿ ਵੀ ਟਿਕਟ ਦੇਣ ਵਾਲਾ ਦੋਸ਼ੀ ਹੈ, ਟਿਕਟ ਦੇਣ ਵਾਲਾ ਦੋਸ਼ੀ ਹੈ। ਮਤਲਬ ਇਹ ਸਾਡੀ ਜਿਹੜੀ ਆਪਣੀਆਂ ਜਿਹੜੀ ਪਾਰਟੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਟਿਕਟ ਵੰਡਣ ਦੇ ਵਿੱਚ ਵੀ ਵੱਡੀ ਹੇਰਾਫੇਰੀ ਹੋ ਰਹੀ ਹੈ। ਇਟ ਮੀਨਸ ਕਿ ਵੀ ਉਹ ਕੋਈ ਧਨ ਚੜਿਆ ਹੋਣਾ ਪਾਰਟੀ ਨੂੰ, ਜਾਂ ਕੋਈ ਪੁਰਾਣੀ ਬਹੁਤ ਪੁਰਾਣੀ ਨੇੜਤਾ ਹੋਏਗੀ, ਮੇਰਾ ਕਲਾਸ ਫੈਲੋ ਹੈ, ਮੇਰਾ ਤੇ ਪਿਆਰ ਹੀ ਬੜਾ ਹੈ, ਤੇ ਫਿਰ ਕਿਤੇ ਨਾ ਕਿਤੇ ਆਪਸਦਾਰੀ। ਔਰ ਜਦੋਂ ਦੇਖੋ ਅਸੀਂ ਆਪਣੇ ਵਪਾਰ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਜਦੋਂ ਅਸੀਂ ਆਪਸਦਾਰੀ, ਅੱਛਾ ਬਿਜ਼ਨਸ ਦੇ ਵਿੱਚ ਅਸੀਂ ਆਪਸਦਾਰੀ ਨਹੀਂ ਵੜਦੇ, ਉਹਦੇ ਵਿੱਚ ਕਹਿੰਦੇ ਆ ਚਵਾਨੀ ਦਾ ਹਿਸਾਬ ਜਿਹੜਾ ਮਾਂ ਪਿਓ ਦਾ ਪਿਓ ਪੁੱਤ ਦਾ ਹੈ ਨਾ ਉਹ ਲੈਣਾ ਹੈ, ਪਰ ਜਦੋਂ ਗੱਲ ਆ ਜਾਂਦੀ ਹੈ ਗੁਰੂ ਘਰ ਦੀ ਤਾਂ ਫਿਰ ਅਸੀਂ ਕਹਿੰਦੇ ਨਹੀਂ ਯਾਰ ਉਹ ਤਾਂ ਬੰਦਾ ਹੀ ਬੜਾ ਬੀਬਾ ਪੁਰਾਣਾ ਜਾਣਕਾਰ ਹੈ ਮੇਰਾ। ਇੱਥੇ ਅਸੀਂ ਕਿਉਂ ਨਹੀਂ ਪ੍ਰੋਫੈਸ਼ਨਲੀ ਹੁੰਦੇ ਜੋ ਸਾਡੀ ਮਰਿਆਦਾ ਕਹਿੰਦੀ ਹੈ। ਜੀ ਸੁਪ੍ਰੀਤ ਵੀਰ ਜੀ, ਇਹੀ ਇਸ ਗੱਲ ਨੂੰ ਅਗਰ ਤੁਸੀਂ ਕੰਟੀਨਿਊ ਕਰੋ ਕਿ ਕਿਉਂ ਅਸੀਂ ਸਿੱਖੀ ਦਾ ਆਪ ਮਜ਼ਾਕ ਬਣਾ ਰਹੇ ਹਾਂ, ਇਲੈਕਸ਼ਨ ਅਸੀਂ ਸਿੱਖੀ ਦੇ ਨਾਮ ਤੇ ਲੜ ਰਹੇ ਹਾਂ, ਟਿਕਟਾਂ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਜਿਨ੍ਹਾਂ ਦਾ ਗੁਰਮਤ ਦੇ ਨਾਲ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਜਿਹੜੇ ਵੋਟਿੰਗ ਕਰ ਰਹੇ ਨੇ ਉਹ ਇੱਕ ਬਾਤ ਦੀ ਗੱਲ ਹੈ, ਪਰ ਅਗਰ ਮੇਰੇ ਸਾਹਮਣੇ ਇੱਕ ਲੀਡਰ ਹੀ ਇਹੋ ਜਿਹਾ ਖੜਾ ਹੈ ਜਿਹੜਾ ਕਿ ਸਿੱਖ ਹੀ ਨਹੀਂ ਹੈਗਾ, ਤੇ ਫਿਰ ਉਹ ਵੀ ਇੱਕ ਬੜਾ ਵੱਡਾ ਕੁਐਸਚਨ ਹੈ। ਉਹ ਇਹੋ ਜਿਹੇ ਬੰਦੇ ਨੂੰ ਟਿਕਟਾਂ ਕਿਉਂ ਦਿੱਤੀਆਂ ਜਾਂਦੀਆਂ ਨੇ? ਸਰ ਇਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਹੈਗਾ ਪੈਸੇ ਦਾ, ਕਿਉਂਕਿ ਸਾਡੇ ਜਿਹੜੇ ਦਿੱਲੀ ਕਮੇਟੀ ਦੇ ਅਦਾਰੇ ਨੇ, ਜਿਵੇਂ ਸਕੂਲ ਹੋ ਗਏ, ਕਾਲਜਸ ਹੋ ਗਏ, ਠੀਕ ਹੈ ਜੀ, ਜਾਂ ਹੋਰ ਚੀਜ਼ਾਂ ਹੋ ਗਿਆ, ਜਿਸ ਤਰ੍ਹਾਂ ਗ੍ਰੰਥੀ ਦੀ ਜਿਹੜੀ ਡੈਪੂਟੇਸ਼ਨ ਕੀਤੀ ਜਾਂਦੀ ਹੈ, ਕੀਰਤਨੀ ਸਿੰਘਾਂ ਦੇ ਡੈਪੂਟੇਸ਼ਨ ਕੀਤੀ ਜਾਂਦੀ ਹੈ, ਜਾਂ ਹੋਰ ਐਸੇ ਸਟਾਫ ਦੀ ਡੈਪੂਟੇਸ਼ਨ ਕੀਤੀ ਜਾਂਦੀ ਹੈ। ਸਰ ਹਰ ਡੈਪੂਟੇਸ਼ਨ ਦੇ ਪਿੱਛੇ ਇੱਕ ਇਹਨਾਂ ਦੀ ਕਮਿਸ਼ਨ ਸੈੱਟ ਹੁੰਦੀ ਹੈਗੀ ਹੈ, ਤੇ ਜਿਹੜੇ ਪੈਸੇ ਦਿੱਤਾ ਜਾ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਪੈਸੇ ਦਾ ਲੈਣ ਦੇਣ ਹੈਗਾ। ਜਿਹੜਾ ਬੰਦਾ ਜਿੰਨਾ ਜ਼ਿਆਦਾ ਪੈਸਾ ਦੇਗਾ ਆਪਣੀ ਟਿਕਟ ਖਰੀਦਣ ਦੇ ਲਈ, ਉਨੀ ਹੀ ਉਹਨੂੰ ਜਲਦੀ ਟਿਕਟ ਮਿਲੇਗੀ। ਹੁਣ ਜਿਹੜਾ ਬੰਦਾ, ਮੈਂ ਮੋਟਾ ਤੁਹਾਨੂੰ ਗੱਲ ਕਰਦਾ, ਅੰਦਾਜ਼ੇ ਨਾਲ ਮੈਂ ਗੱਲ ਕਰ ਰਿਹਾ, ਲੈਟ ਅਸ ਸੇ ਇੱਕ ਬੰਦਾ 10 ਲੱਖ ਜਾਂ 20 ਲੱਖ ਰੁਪਏ ਦੇ ਕੇ ਟਿਕਟ ਦੇ ਰਿਹਾ, ਉਹ ਟਿਕਟ ਦਾ ਪੈਸਾ ਕਿੱਥੋਂ ਕਮਾਏਗਾ? ਉਹ ਕਿਸੇ ਨਾ ਕਿਸੇ ਅਦਾਰੇ ਦਾ ਚੇਅਰਮੈਨ ਬਣਦਾ ਹੈਗਾ, ਕਿਸੇ ਦੀ ਰਿਸ਼ਤੇਦਾਰ ਨੇ ਨੌਕਰੀ ਲਵਾਉਣੀ ਹੈ ਤਾਂ ਉਹਨੂੰ ਕਮਿਸ਼ਨ ਮਿਲੇਗੀ, ਕਿਸੇ ਦੇ ਬੱਚੇ ਦਾ ਫੇਲ ਬੱਚੇ ਨੂੰ ਪਾਸ ਕਰਾਉਣਾ ਤਾਂ ਉਹਨੂੰ ਕਮਿਸ਼ਨ ਮਿਲੇਗੀ, ਕਿਸੇ ਦੇ ਬੱਚੇ ਦੀ ਫੀਸ ਮਾਫ ਕਰਾਉਣੀ ਹੈ ਤਾਂ ਉਹਨੂੰ ਕਮਿਸ਼ਨ ਮਿਲੇਗੀ, ਉੱਥੇ ਜਿਹੜੇ ਕੀਰਤਨ ਸਮਾਗਮ ਹੋਣੇ ਨੇ ਤਾਂ ਉਸ ਨੂੰ ਕਮਿਸ਼ਨ ਮਿਲਦੀ ਹੈ, ਰਾਗੀਆਂ ਢਾਡੀਆਂ ਦੇ ਜਿਹੜੇ ਸਟਾਫ ਨੂੰ ਉੱਥੇ ਪਰਮਨੈਂਟ ਕੀਤਾ ਜਾਂਦਾ ਹੈ, ਨੌਕਰੀ ਦਵਾਈ ਜਾਂਦੀ ਹੈ, ਉਹਦੇ ਵਿੱਚ ਉਹ ਕਮਿਸ਼ਨ ਮਿਲਦੀ ਹੈ। ਬੰਦਾ 10-20 ਲੱਖ ਰੁਪਏ ਦੇ ਕੇ ਜੇ ਟਿਕਟ ਖਰੀਦਾ ਵੀ ਹੈ ਤੇ ਉਸ 20 ਲੱਖ ਰੁਪਏ ਦਾ ਉਹ 1 ਕਰੋੜ ਰੁਪਏ ਬੜੇ ਆਸਾਨੀ ਨਾਲ ਕਮਾ ਲੈਂਦਾ ਹੈਗਾ। ਇਹ ਸਾਰਾ ਬਿਜ਼ਨਸ ਦੀ ਖੇਡ ਹੈਗੀ ਹੈ। ਦੂਜੀ ਗੱਲ, ਇਹ ਜਿੰਨੇ ਤੁਸੀਂ ਜਿਹੜੇ ਮਤਲਬ ਹੋਰ ਸੰਪਰਦਾਵਾਂ ਦੀ ਗੱਲ ਕਰ ਰਹੇ ਹੋ, ਤੁਸੀਂ ਇਹਨਾਂ ਦੇ ਵੱਲ ਝਾਤ ਮਾਰੋ, ਕਿਆ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ? ਇਸ ਵੇਲੇ ਮੌਜੂਦਾ ਤੌਰ ਦੇ ਅੰਦਰ ਮੈਂਬਰ ਨਹੀਂ ਹੈਗੇ।
ਪਰ ਇਹਨਾਂ ਨੂੰ ਉਹ ਸਾਰੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ, ਜਿਵੇਂ ਕਿ ਗੁਰਦੁਆਰਾ ਕਮੇਟੀ ਵੱਲੋਂ ਵੱਡੀ ਗੱਡੀ ਦਿੱਤੀ ਜਾ ਰਹੀ ਹੈ, ਡਰਾਈਵਰ ਦਿੱਤਾ ਜਾ ਰਿਹਾ ਹੈ, ਪੈਟਰੋਲ ਐਕਸਪੈਂਸਿਸ ਦਿੱਤੇ ਜਾ ਰਹੇ ਨੇ, ਹੋਰ ਅਦਰ ਮਿਸਲੇਨੀਅਸ ਐਕਸਪੈਂਸਿਸ ਦਿੱਤੇ ਜਾ ਰਹੇ ਨੇ। ਔਨ ਵਾਟ ਬਿਹਾਫ? ਸੰਗਤ ਨੂੰ ਸਵਾਲ ਪੁੱਛਣਾ ਚਾਹੀਦਾ ਹੈਗਾ ਕਿ ਤੁਹਾਡੇ ਜਿਹੜੇ ਸਕੂਲ ਕਾਲਜਸ ਹੈਗੇ ਨੇ ਇਸ ਵੇਲੇ 50 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਮਹੀਨੇ ਦੇ ਘਾਟੇ ਅੰਦਰ ਚੱਲ ਰਹੇ ਨੇ। ਮੈਂ ਅਦਾਰੇ ਦੀ ਗੱਲ ਕਰ ਰਿਹਾ। ਔਨ ਟੌਪ ਆਫ ਦੈਟ ਕਿ ਤੁਸੀਂ ਇਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਤੋਂ ਤੁਸੀਂ ਟਿਕਟਾਂ ਵੰਡ ਰਹੇ ਹੋ, ਤੁਸੀਂ ਸਾਰਾ ਦਾ ਸਾਰਾ ਗੁਰਦੁਆਰਾ ਕਮੇਟੀ ਵੱਲੋਂ ਫੰਡ ਦਿੱਤੇ ਜਾ ਰਹੇ, ਕਿਉਂ ਦਿੱਤਾ ਜਾ ਰਿਹਾ ਹੈਗਾ? ਸੰਗਤ ਨੇ ਬਹੁਤ ਮਤਲਬ ਔਖੇ ਸੌਖੇ ਆਪਣੇ ਤਸਵਤ ਵਿੱਚੋਂ ਇਹਨਾਂ ਨੂੰ ਪੈਸਾ ਦਿੱਤਾ, ਮੋਨਿਟਰੀ ਹੈਲਪ ਦਿੱਤੀ ਗਈ, ਆਕਸੀਜਨ ਦੇ ਮੈਡੀਕਲ ਇਕਵਿਪਮੈਂਟਸ ਦਿੱਤੇ ਗਏ। ਉਹ ਸਾਰੇ ਦੇ ਸਾਰੇ ਮੈਡੀਕਲ ਇਕਵਿਪਮੈਂਟ ਕਿੱਥੇ ਜਾ ਰਹੇ ਹੈਗੇ ਨੇ? ਜਿੱਥੇ ਕਿ ਮੌਜੂਦਾ ਜਿਹੜੀ ਕਮੇਟੀ ਧਿਰ ਤੇ ਕਾਬਜ਼ ਹੈਗੀ ਹੈ ਉਹਨਾਂ ਦੇ 80 ਕਰੋੜ ਤੋਂ ਜ਼ਿਆਦਾ ਇਸ ਵੇਲੇ ਫੰਡ ਇਕੱਠਾ ਹੋ ਚੁੱਕਿਆ ਦਿੱਲੀ ਕਮੇਟੀ ਦੇ ਕੋਲ। ਪਰ ਦਿੱਲੀ ਕਮੇਟੀ 1 ਰੁਪਏ ਦਾ ਹਿਸਾਬ ਦੇ ਕੇ ਰਾਜੀ ਨਹੀਂ ਹੈਗੀ ਕਿ ਅਸੀਂ ਉਹ 80 ਕਰੋੜ ਨੂੰ ਕਿੱਥੇ ਖਰਚਿਆ ਹੈਗਾ। ਜੀ ਅੱਛਾ ਵੀਰ ਜੀ, ਆਖਰੀ 5 ਮਿੰਟ ਰਹਿ ਗਏ ਨੇ। ਇਹਨਾਂ 5 ਮਿੰਟਾਂ ਵਿੱਚ ਜਿਹੜਾ ਗੋਲਕ ਚੋਰੀ ਦਾ ਮੁੱਦਾ ਜਿਹੜਾ ਆ ਗਿਆ, ਉਹਨਾਂ ਉੱਤੇ 1 ਮਿੰਟ ਮੈਂ ਤੁਹਾਡੇ ਸਾਰਿਆਂ ਦੇ ਵਿਚਾਰ ਲੈਣਾ ਚਾਹਾਂਗਾ। ਸੁਪ੍ਰੀਤ ਵੀਰ ਜੀ, ਤੁਹਾਡੇ ਤੋਂ ਸ਼ੁਰੂ ਕਰਾਂਗਾ। ਇਹ ਜਿਹੜਾ ਗੋਲਕ ਚੋਰੀ ਹੈ, ਜਿਹੜੀ ਰਿਪੋਰਟ ਸੀ ਉਹ ਵੀ ਜਨਤਕ ਨਹੀਂ ਕੀਤੀ ਗਈ, ਇਲਜ਼ਾਮ ਵੀ ਲੱਗੇ ਨੇ। ਇਲਜ਼ਾਮ ਜੇ ਰਿਪੋਰਟ ਜਨਤਕ ਨਹੀਂ ਕਰ ਰਹੇ ਹੋ ਤੇ ਸਾਬਤ ਵੀ ਹੋ ਜਾਂਦੇ ਨੇ ਜੀ। ਉਸ ਤੋਂ ਬਾਅਦ ਇੰਨੀ ਵੱਡੀ ਬਦਨਾਮੀ ਸਿੱਖ ਕਮਿਊਨਿਟੀ ਕੀ ਜਿਹੜਾ ਪ੍ਰਧਾਨ ਹੋਵੇ ਉਹਦੇ ਉੱਤੇ ਲੁੱਕ ਆਊਟ ਸਰਕੂਲਰ ਉੱਤੇ ਜਾਰੀ ਹੋ ਜਾਵੇ, ਤਾਂ ਵੀ ਉਹ ਧੜੱਲੇ ਦੇ ਨਾਲ ਇੱਕ ਵੀਡੀਓ ਬਣਾ ਰਿਹਾ ਹੋਵੇ ਕਿ ਮੈਂ ਸਭ ਤੋਂ ਸੱਚਾ ਵਾਂ ਤੇ ਵੋਟ ਮੈਨੂੰ ਹੀ ਦਿੱਤੀ ਜਾਵੇ। ਇਹ ਕਿਰਦਾਰ, ਇਹ ਜਿਹੜਾ ਕਿੱਥੋਂ ਤੱਕ ਅਸੀਂ ਸੰਭਾਲਾਂਗੇ ਇਹੋ ਜਿਹੇ ਕਿਰਦਾਰਾਂ ਨੂੰ? ਔਰ ਇਹ ਜਿਹੜਾ ਸਿੱਖੀ ਦਾ ਜਿਹੜਾ ਮਿਰਦਾਰ ਜਿਹੜਾ ਡਿੱਗਦਾ ਜਾ ਰਿਹਾ ਵੇ, ਇਹਦੇ ਬਾਰੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਕੀ ਕਦਮ ਚੁੱਕ ਸਕਦੇ ਹਾਂ ਐਜ਼ ਅ ਸੰਗਤ, ਐਜ਼ ਅ ਵੋਟਰ? ਸਰ ਦੇਖੋ, ਐਜ਼ ਅ ਵੋਟਰ ਜਿਹੜੇ ਜਿੰਨੇ ਵੀ 46 ਕੰਸਟੀਟਿਊਂਸੀ ਦੇ ਵੋਟਰ ਹੈਗੇ ਨੇ, ਸਿੱਖ ਸੰਗਤ ਹੈਗੀ ਹੈ, ਅਸੀਂ ਇਸ ਪਲੇਟਫਾਰਮ ਦੇ ਰਾਹੀਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਸਭ ਨੂੰ ਅਪੀਲ ਕਰਨਾ ਚਾਹੁੰਦੇ ਹਾਂ। ਮੇਰੀ ਅਪੀਲ ਸਾਰੀ ਸਾਧ ਸੰਗਤ ਨੂੰ ਹੈਗੀ ਹੈ ਕਿ ਤੁਸੀਂ ਆਪਣੇ ਆਪਣੇ ਇਲਾਕੇ ਦੇ ਜਿੰਨੇ ਕੰਸਟੀਟਿਊਂਸੀ ਇਸ ਵੇਲੇ ਜਿਹੜੇ ਰੂਲਿੰਗ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਉਹਨਾਂ ਤੋਂ ਤੁਹਾਨੂੰ ਸਵਾਲ ਪੁੱਛਣਾ ਚਾਹੀਦਾ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਕਿਆ ਇੱਕ ਹੱਕ ਹੈਗਾ? ਉਹਨਾਂ ਦੇ ਉੱਤੇ ਇੰਨੀਆਂ ਸਾਰੀ FIR ਹੈਗੀਆਂ ਨੇ, ਇੱਕ ਵਾਰ ਵੀ ਉਹਨਾਂ ਨੇ ਮੀਡੀਆ ਦੇ ਸਾਹਮਣੇ, ਸੰਗਤ ਦੇ ਸਾਹਮਣੇ ਮੁਤਾਕਿਰ ਹੋ ਕੇ ਇਹ ਗੱਲ ਨਹੀਂ ਬੋਲੀ ਕਿ ਮੇਰੇ ਤੇ FIR ਕਿਉਂ ਹੋਈ ਹੈਗੀ? ਉਹਨਾਂ ਨੂੰ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਜਦ ਮਨਜੀਤ ਸਿੰਘ ਜੀਕੇ ਤੋਂ ਅਸਤੀਫਾ ਲੈ ਲਿਆ ਗਿਆ ਇੱਕ FIR ਦੇ ਹੋਣ ਦੇ ਬਾਅਦ, ਤੇ ਮਨਜਿੰਦਰ ਸਿਰਸਾ ਦੇ ਉੱਤੇ ਤੇ 12 FIR ਹੋ ਚੁੱਕੀਆਂ ਨੇ। ਹਾਈ ਕੋਰਟ ਤੋਂ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋ ਚੁੱਕਿਆ ਕਿ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਇਹ ਮੈਂ ਘੱਟ ਤੋਂ ਘੱਟ 2-250 ਕਰੋੜ ਦਾ ਕਪੜਾ ਨਿਕਲੇਗਾ, 2-250 ਕਰੋੜ ਰੁਪਏ ਦਾ। ਤੇ ਸਾਰੀ ਸੰਗਤ ਨੂੰ ਸਵਾਲ ਪੁੱਛਣਾ ਚਾਹੀਦਾ ਆਪਣੇ ਪਰਸਨਲ ਲੈਵਲ ਤੇ ਜਾ ਕੇ ਵੀ ਤੁਸੀਂ ਬਾਦਲ ਦਲ ਦੇ ਪਰਸਨ ਹੈਗੇ ਹੋ, ਤੁਸੀਂ ਇਹ ਦੱਸੋ ਕਿ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ FIR ਕਿਉਂ ਹੋ ਗਈਆਂ? ਇਹ FIR ਕਿਹਦੀ ਪੁਲਿਸ ਸਟੇਸ਼ਨ ਨੇ ਨਹੀਂ ਕੀਤੀ ਹੈਗੀ, ਇਹ FIR ਕੋਰਟ ਦੇ ਆਦੇਸ਼ ਤੇ ਹੋਈ ਨੇ। ਕੋਰਟ ਜਦ ਪੂਰੇ ਡਾਕੂਮੈਂਟਡ ਐਵੀਡੈਂਸ ਦੇਖਦਾ ਉਹਨਾਂ ਦੇ ਅੰਦਰ ਸੱਚਾਈ ਹੁੰਦੀ ਹੈ ਤਾਂ FIR ਦਿੱਤਾ ਜਾਂਦਾ ਹੈਗਾ ਜੀ। ਤੇ ਮੇਰੇ ਹਿਸਾਬ ਨਾਲ ਸੰਗਤ ਨੂੰ ਆਪਣੇ ਆਪਣੇ ਇਲਾਕੇ ਦੇ ਅੰਦਰ ਜਾ ਕੇ ਇਸ ਦੇ ਉੱਤੇ ਪੂਰਾ ਸਵਾਲ ਪੁੱਛਣਾ ਚਾਹੀਦਾ ਹੈਗਾ ਜੀ। ਇਕਬਾਲ ਸਿੰਘ ਜੀ, ਤੁਹਾਡੇ ਵਿਚਾਰ ਇਸ ਉੱਤੇ? ਹਾਂਜੀ, ਇਹਦਾ ਵਾਸਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਇਹ ਗੱਲ ਸਾਨੂੰ ਦੱਸਣੀ ਚਾਹੀਦੀ ਹੈ ਕਿ ਇੱਕ ਟਾਈਮ ਸੀਗਾ ਜਦੋਂ ਇੱਕ ਜੱਜ ਦੇ ਸਾਹਮਣੇ ਖੜਾ ਹੋ ਕੇ ਇੱਕ ਸਿੱਖ ਜਦੋਂ ਇਹ ਬਿਆਨ ਕਰ ਦਿੰਦਾ ਸੀਗਾ ਕਿ ਇਹ ਸਾਹਮਣੇ ਵਾਲਾ ਬੰਦਾ ਜਿਹੜਾ ਦੋਸ਼ੀ ਹੈ, ਤਾਂ ਜੱਜ ਸਿੱਖ ਦੀ ਗਵਾਹੀ ਦੇ ਵਿੱਚ ਉਹਨੂੰ ਛੱਡ ਦਿੰਦਾ ਸੀਗਾ। ਰਾਈਟ। ਸਿੱਖਾਂ ਦਾ ਉਹ ਕਿਰਦਾਰ ਸੀਗਾ, ਠੀਕ ਹੈ। ਔਰ ਅੱਜ ਸਿੱਖਾਂ ਦਾ ਕਿਰਦਾਰ ਸਾਡੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਇਹ ਤੋਲਣ ਦੀ ਲੋੜ ਹੈ। ਔਰ ਜਿਹੜੀ ਗੱਲ ਵੀਰ ਜੀ ਕਰ ਰਹੇ ਸੀਗੇ ਕਿ ਸੰਗਤ ਨੂੰ ਸਵਾਲ ਕਰਨਾ ਚਾਹੀਦਾ, ਮੈਂ ਕਹਿੰਦਾ ਕਿ ਸੰਗਤ ਨੂੰ ਸਵਾਲ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਇੰਨੇ ਵਧੀਆ ਸੇਲਸਮੈਨਸ਼ਿਪ ਕਰਦੇ ਆ, ਸੰਗਤ ਨੂੰ ਸ਼ੀਸ਼ੇ ਤੇ ਉਤਾਰ ਲੈਂਦੇ ਆ। ਇੱਕ ਉਹ ਸਪੇਰੇ ਕਹਿੰਦੇ ਨਾ, ਆਪਾਂ ਰੋਡ ਤੇ ਸੁਣਨੇ ਆ, ਉਹ ਹਿਪਨੋਟਾਈਜ਼ ਕਰ ਲੈਂਦਾ, ਸਾਡੀਆਂ ਮੁੰਦਰੀਆਂ ਲਾ ਕੇ ਲੈ ਜਾਂਦਾ ਤੇ ਸਾਡੇ ਪੈਸੇ ਲੈ ਜਾਂਦਾ, ਸਾਨੂੰ 10 ਮਿੰਟ ਬਾਅਦ ਹੋਸ਼ ਆਉਂਦੀ ਹੈ। ਤੇ ਇਹ ਹਿਪਨੋਟਾਈਜ਼ ਕਰਨ ਦੇ ਵਿੱਚ ਬਹੁਤ ਮਾਹਿਰ ਨੇ। ਸਵਾਲ ਕਰਨ ਦੀ ਵੀ ਲੋੜ ਨਹੀਂ, ਸੰਗਤ ਨੂੰ ਆਪ ਗੁਰੂ ਨਾਨਕ ਦੇ ਸਿਧਾਂਤਾਂ ਦੇ ਨਾਲ ਕਸਵਟੀ ਤੇ ਤੋਲਣਾ ਚਾਹੀਦਾ ਕਿ ਕੌਣ ਚੰਗੀ ਸੇਵਾ ਕਰਨ ਵਾਲਾ ਤੇ ਕਿਹਨਾਂ ਨੂੰ ਮੌਕਾ ਦੇਣਾ ਚਾਹੀਦਾ। ਕਿ ਜਦੋਂ ਪਹਿਲਾਂ ਵੀ ਸੇਵਾ ਆਈਆਂ ਨੇ, ਮੈਂ ਕਹਿੰਦਾ ਕਿ ਤੁਸੀਂ ਆਪਣੇ ਇਲਾਕੇ ਦੇ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਆ, ਕਿਸੇ ਦੇ ਕਹਿਣ ਤੇ ਨਹੀਂ ਜਾਣਾ ਕਿ ਵੀ ਸਰਨਾ ਸਾਹਿਬ ਦੀ ਪਾਰਟੀ ਤੋਂ ਜਿਹੜਾ ਖੜਾ ਆ ਉਹ ਬਹੁਤ ਹੀ ਦੁੱਧ ਦਾ ਧੁਲਿਆ ਹੋਇਆ, ਜਾਂ ਉਹ ਜੀਕੇ ਦੇ ਉਧਰੋਂ ਖੜਾ ਆਇਆ, ਬੜਾ ਹੀ ਉਹ ਸਾਫ਼ ਸੁਥਰਾ ਇਨਸਾਨ ਹੈ। ਤੁਹਾਡੀ ਇਲਾਕੇ ਤੋਂ ਜਿੰਨੇ ਵੀ ਬੰਦੇ ਖੜੇ ਹੋਏ ਨੇ, ਸਭ ਦਾ ਗ੍ਰਾਫ ਇਕੱਠਾ ਕਰੋ, ਸਭ ਦਾ ਤਿਆਰ ਕਰੋ, ਔਰ ਇੱਕ ਮਤ ਹੋ ਕੇ ਇਲਾਕੇ ਦੇ ਬੰਦਿਆਂ ਨੂੰ ਵੋਟ ਵੰਡ ਦੇਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਘੱਟੋ ਘੱਟ ਗੋਲਕਾਂ ਚੋਰੀਆਂ ਨਾ ਹੋਣ। 123 ਕਰੋੜ ਰੁਪਇਆ ਕਹਿੰਦੇ ਛੱਡ ਕੇ ਗਏ ਸੀਗੇ, ਅੱਜ ਮਾਈਨਸ ਹੀ ਚੱਲ ਰਹੇ ਆ ਜੀ, ਠੀਕ ਹੈ ਨਾ। ਤੇ ਸਾਨੂੰ ਲੈਣਾ ਚਾਹੀਦਾ, ਸਾਡੇ ਸਕੂਲ ਦੇ ਦਾਇਰੇ ਖਰਾਬ ਹੋ ਚੁੱਕੇ ਨੇ, ਹਸਪੀਟਲ ਸਾਡੇ ਨਹੀਂ ਬਣ ਰਹੇ, ਔਰ ਇਹ ਜਿਹੜੀ ਹੁਣ ਰਾਜਨੀਤੀ ਨਵੀਂ ਖੇਡ ਰਹੇ ਆ ਇੱਕ ਹੋਰ ਕਿ ਵੀ ਬੱਚਿਆਂ ਨੂੰ ਅਸੀਂ ਜੇਲ੍ਹਾਂ ਤੋਂ ਛੜਾ ਕੇ ਲਿਆਏ ਆ। ਅਰੇ ਇਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ ਸੀ, ਤੁਸੀਂ ਨਾ ਜਾਂਦੇ ਤੇ ਕੋਰਟ ਨੇ ਵੈਸੇ ਹੀ ਛੱਡ ਦੇਣਾ ਸੀਗਾ। ਜਿਹੜੇ ਐਕਚੁਅਲ ਵਿੱਚ ਪੰਜਾਬ ਤੋਂ ਬੰਦੇ ਫੜ ਕੇ ਦਿੱਲੀ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ, ਉਹ ਤਾਂ ਤੁਹਾਡੇ ਤੋਂ ਛਡਾ ਨਹੀਂ ਹੋ ਪਏ।
ਤੇ ਇਹਨਾਂ ਨੂੰ ਤੇ ਗਵਰਨਮੈਂਟ ਨੇ ਵੈਸੇ ਹੀ ਛੱਡ ਦੇਣਾ ਸੀਗਾ, ਇਹਨਾਂ ਦੇ ਪੇਰੈਂਟਸ ਨੇ ਲੜ ਲੜ ਕੇ ਛੱਡ ਦੇਣਾ ਸੀਗਾ। ਅਨਨੈਸੈਸਰੀ ਨਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਿੱਖ ਸੰਗਤ ਆਪ ਫੈਸਲਾ ਲਵੇ ਕਿ ਮੇਰੇ ਇਲਾਕੇ ਤੋਂ ਕਿਹੜਾ ਕੈਂਡੀਡੇਟ ਸਭ ਤੋਂ ਵਧੀਆ ਤੇ ਉੱਥੇ ਵੋਟ ਪਾਏ। ਜੀ ਲਾਸਟ ਵਿੱਚ ਬਲਜੀਤ ਵੀਰ ਜੀ ਤੁਹਾਡੇ ਵਿਚਾਰ 1 ਮਿੰਟ ਵਿੱਚ ਪਲੀਜ਼ ਵੀਰ ਜੀ। ਬਲਜੀਤ ਵੀਰ ਜੀ ਇਸ ਮੁੱਦੇ ਉੱਤੇ। ਮੈਂ ਸਹਿਮਤ ਹਾਂ ਦੋਨੋਂ ਵੀਰਾਂ ਦੇ ਨਾਲ ਬਹੁਤ ਹੱਦ ਤੱਕ। ਦੇਖੋ ਮੈਂ ਸਭ ਤੋਂ ਪਹਿਲੇ ਤਾਂ ਇਹ ਗੱਲ ਕਹਾਂਗਾ ਕਿ ਨੈਤਿਕਤਾ ਜਿਹੜੀ ਹੈ ਸਾਡੀ, ਉਹ ਜ਼ਮੀਰ ਜਿਹੜੀ ਹੈ ਨਾ, ਜੇ ਉਹ ਮਰ ਗਈ ਤੇ ਸਾਡੇ ਲਈ ਕੁਝ ਨਹੀਂ ਬਚਿਆ। ਸੋ ਮੈਂ ਸਿਰਸਾ ਜੀ ਹੋਣ ਚਾਹੇ ਕੋਈ ਵੀ ਹੋਏ, ਜਿਹੜਾ ਵੀ ਆਗੂ ਹੈ, ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਚੱਲੇ ਤਾਂ ਜ਼ਿਆਦਾ ਬੈਟਰ ਹੈ। ਦੂਜੀ ਗੱਲ ਆਉਂਦੀ ਹੈ ਵੋਟਰਾਂ ਦੀ, ਤੇ ਵੋਟਰ ਨੂੰ ਸੋਚਣਾ ਪਏਗਾ ਕਿ ਉਹ ਕਿੱਥੇ ਖੜੇ ਨੇ। 4 ਸਾਲ ਅਸੀਂ ਬਾਅਦ ਵਿੱਚ ਰੋਂਦੇ ਹਾਂ ਕਿ ਸਾਡੇ ਗੁਰਦੁਆਰਿਆਂ ਦਾ ਇਹ ਕਰਤਾ, ਸਾਡੇ ਸਕੂਲਾਂ ਦਾ ਨਾਸ ਕਰਤਾ, ਸਾਨੂੰ ਬੋਲਣ ਦਾ ਹੱਕ ਨਹੀਂ ਜੇ ਅੱਜ ਅਸੀਂ ਜਾਗਦੇ ਨਹੀਂ ਤੇ। ਵੋਟ ਪਾਉਣ ਤੋਂ ਬਾਅਦ ਜੇ ਅਸੀਂ ਉਹਨਾਂ ਨੂੰ ਜਵਾਬਦੇਹੀ ਨਹੀਂ ਲੈਂਦੇ ਜਾਂ ਅਸੀਂ ਉਹਨਾਂ ਨੂੰ ਨਹੀਂ ਪੁੱਛਦੇ ਕਿ ਤੁਸੀਂ ਇਸ ਪੈਸੇ ਦੀ ਦੁਰਵਰਤੋਂ ਕਿਉਂ ਕਰ ਰਹੇ ਹੋ, ਤੇ ਅਸੀਂ ਆਪ ਜ਼ਿੰਮੇਵਾਰ ਹਾਂ, ਫਿਰ ਪ੍ਰਬੰਧਕ ਜ਼ਿੰਮੇਦਾਰ ਨਹੀਂ। ਸੋ ਵੋਟਰ ਨੂੰ ਜਾਗਣਾ ਪਏਗਾ, ਸਾਨੂੰ ਆਪਣੇ ਲੀਡਰਾਂ ਤੋਂ ਜਵਾਬਦੇਹੀ ਲੈਣੀ ਪਏਗੀ। ਅੱਜ ਤੁਸੀਂ ਦੇਖ ਲਓ ਸਿਰਸਾ ਜੀ ਦੇ ਪ੍ਰਧਾਨ ਨੇ, ਕੀ ਰਹਿ ਗਿਆ? ਹਸਪੀਟਲ ਦਾ ਘੁਟਾਲਾ ਉਹਨਾਂ ਦੇ ਸਾਹਮਣੇ ਹੈ, ਪਾਰਕਿੰਗ, ਟੈਂਟ, ਘਿਓ, ਪ੍ਰਸ਼ਾਦ, ਵਰਦੀਆਂ, ਸਕੂਲ, ਕੋਵਿਡ ਸੈਂਟਰ, ਡਾਇਲਿਸਿਸ ਸੈਂਟਰ, ਕਿਹੜੀ ਚੀਜ਼ ਛੱਡੀ ਹੈ? ਸਰੋਪੇ, ਲੰਗਰ, ਇਹਨਾਂ ਦੀ ਮਰਿਆਦਾਵਾਂ ਅਸੀਂ ਆਪ ਕਾਣ ਕਰ ਕਰਕੇ ਲੋਕਾਂ ਨੂੰ ਜਣੇ ਖਣੇ ਨੂੰ ਵੰਡ ਕੇ ਸਭ ਮਹੱਤਤਾ ਖਤਮ ਕਰ ਦਿੰਦੇ। ਅਸੀਂ ਸਾਰਾ ਕੁਝ ਮਲੀਆ ਮੇਟ ਕਰਤਾ। ਕਾਤਲਾਂ ਕੋਲੋਂ ਅਸੀਂ ਪੈਸੇ ਵੀ ਲੈ ਲੈਣੇ, ਅਮਿਤਾਭ ਬੱਚਨ ਵਰਗੇ ਕਾਤਲਾਂ ਕੋਲ ਅਸੀਂ ਹੱਥ ਜੋੜ ਕੇ ਲੋੜ ਹੈ ਵੋਟਰ ਨੂੰ ਜਾਗਣ ਦੀ। ਸਭ ਤੋਂ ਪਹਿਲੇ ਤੁਸੀਂ ਸੋਚੋ ਕਿ ਤੁਸੀਂ ਕਰ ਕੀ ਰਹੇ ਹੋ, ਔਰ ਤੁਹਾਡਾ ਅੱਜ 100 ਰੁਪਏ ਦਾ ਗਿਫਟ ਲੈ ਕੇ ਤੁਸੀਂ ਜਿਹੜੀ ਵੋਟ ਪਾ ਦਿੰਦੇ ਹੋ ਨਾ, ਉਹ ਤੁਹਾਡੇ ਪੂਰਾ ਬੱਚਿਆਂ ਦਾ ਜਨਰੇਸ਼ਨਸ ਨੂੰ ਖਤਮ ਕਰ ਰਿਹਾ ਹੈ, ਔਰ ਸਿੱਖੀ ਸਿਧਾਂਤਾਂ ਨੂੰ ਤੇ ਬਿਲਕੁਲ ਹੀ ਮਲੀਆਮੇਟ ਕਰ ਦਿੱਤਾ ਗਿਆ ਹੈ। ਜੀ ਮੈਂ ਬਹੁਤ ਲੋੜ ਹੈ ਜਾਗਣ ਦੀ। ਤੁਹਾਡੀਆਂ ਗੱਲਾਂ ਤੋਂ ਮੈਂ ਬਿਲਕੁਲ ਸਹਿਮਤ ਹਾਂ, ਔਰ ਸੰਗਤਾਂ ਨੂੰ ਵੀ ਇੱਕ ਵਾਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਇਲੈਕਸ਼ਨ ਸਿੱਖਾਂ ਦੇ ਇਲੈਕਸ਼ਨ ਹੈ, ਕਿਸੇ ਪੋਲੀਟੀਕਲ ਪਾਰਟੀ ਦੇ ਇਲੈਕਸ਼ਨ ਨਹੀਂ ਹੈਗੇ। ਅਸੀਂ ਆਪਣੇ ਮੈਨੇਜਰ ਚੁਣਨੇ ਨੇ, ਅਸੀਂ ਆਪਣੇ ਉਹਨਾਂ ਬੰਦਿਆਂ ਨੂੰ ਚੁਣਨਾ ਵੇ ਜਿਹੜੇ ਸਾਡੇ ਬਿਹਾਫ ਦੇ ਉੱਤੇ ਅੱਗੇ ਆ ਕੇ ਸੇਵਾ ਕਰ ਸਕਣ, ਸਾਨੂੰ ਰਿਪਰੈਜ਼ੈਂਟ ਕਰ ਸਕਣ। ਪਰ ਵੇਖਿਆ ਜਾਂਦਾ ਵੇ ਕਿ ਉਹ ਇਲੈਕਸ਼ਨ ਲੜਨ ਵੇਲੇ ਤਾਂ ਝੁੱਕ ਕੇ ਖੜੇ ਹੋ ਜਾਂਦੇ ਨੇ, ਪਰ ਇਲੈਕਸ਼ਨ ਤੋਂ ਬਾਅਦ ਪਾਵਰ ਆਉਂਦਿਆਂ ਹੀ ਉਹ ਜਨਤਾ ਨੂੰ, ਸੰਗਤ ਨੂੰ ਲਤਾੜਨਾ ਸ਼ੁਰੂ ਕਰ ਦਿੰਦੇ ਨੇ। ਸੋ ਅਸੀਂ ਅੱਗੇ ਜਾ ਕੇ ਲਤਾੜੇ ਨਾ ਜਾਈਏ। ਸੋ ਇਸ ਵੇਲੇ ਸਾਡੇ ਹੱਥ 'ਚ ਮੌਕਾ ਹੈ, ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀਏ। ਵੀਰ ਜੀ ਨੇ ਕਿਹਾ ਸੀਗਾ ਕਿ ਜਿਹੜੇ ਪ੍ਰਧਾਨ ਹੈਗੇ ਨੇ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਨ, ਪਰ ਜਿਨ੍ਹਾਂ ਉੱਤੇ ਇੰਨੇ ਇਲਜ਼ਾਮ ਲੱਗੇ ਹੋਣ ਉਹਨਾਂ ਦੀ ਜ਼ਮੀਰ ਕਿੰਨੀ ਕੁ ਜ਼ਿੰਦਾ ਹੋਏਗੀ ਅਸੀਂ ਸਾਰੇ ਜਾਣਦੇ ਹੀ ਹਾਂ। ਪਰ ਅਸੀਂ ਘੱਟੋ ਘੱਟ ਆਪਣੀ ਜ਼ਮੀਰ ਦੀ ਆਵਾਜ਼ ਸੁਣੀਏ, ਔਰ ਉਹਨਾਂ ਬੰਦਿਆਂ ਨੂੰ, ਉਹਨਾਂ ਬੀਬੀਆਂ ਨੂੰ ਮੌਕਾ ਦਈਏ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੈ, ਕਿਤੇ ਨਾ ਕਿਤੇ ਸਾਡੇ ਦਿਲ ਤੋਂ ਬੋਲਦੇ ਨੇ ਕਿ ਇਹ ਬੰਦਾ ਇਮਾਨਦਾਰ ਹੈ, ਇਹ ਬੰਦਾ ਸੇਵਾ ਕਰਨ ਵਾਲਾ ਵੇ, ਇਹ ਬੰਦਾ ਮਨੁੱਖਤਾ ਦੀ ਸੇਵਾ ਕਰਨ ਵਾਲਾ ਵੇ। ਅਸੀਂ ਉਹਨਾਂ ਨੂੰ ਅੱਗੇ ਲਿਆਈਏ ਔਰ ਉਹਨਾਂ ਨੂੰ ਇੱਕ ਮੌਕਾ ਦਈਏ, ਨਾ ਕਿ ਉਹਨਾਂ ਨੂੰ ਜਿਨ੍ਹਾਂ ਨੇ ਸਾਡੀ ਪੂਰੀ ਕਮਿਊਨਿਟੀ ਦਾ ਬੇੜਾ ਗਰਕ ਕਰਤਾ ਹੈ। ਬੜੇ ਅਫਸੋਸ ਨਾਲ, ਬੜੇ ਸ਼ਰਮ ਨਾਲ ਕਹਿਣਾ ਪੈਂਦਾ ਹੈ, ਪਰ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਲਫ਼ਜ਼ ਵੀ ਨਹੀਂ ਬਣਦੇ। ਖੈਰ, ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ, ਔਰ ਉਮੀਦ ਕਰਦਾ ਹਾਂ ਕਿ ਜਿਹੜੀ ਸਿੱਖ ਸੰਗਤ ਹੈ ਦਿੱਲੀ ਦੀ, ਇਹਨਾਂ ਦੀ ਗੱਲ ਨੂੰ ਸੁਣੇਗੀ। ਫਿਰ ਜਲਦੀ ਹੀ ਅਸੀਂ ਇਸ ਤਰ੍ਹਾਂ ਦੇ ਮੁੱਦਿਆਂ ਤੇ ਇੱਕ ਵਾਰੀ ਫਿਰ ਤੁਹਾਡੇ ਨਾਲ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।